ਭਰਤੀ ਕੀਤਾ ਗਿਆ। ਉਹ ਬੰਦੇ ਜਿਹੜੇ ਬੈਠੇ ਨੇ, ਕੋਈ ਕੰਪਿਊਟਰ ਤੇ ਕੰਮ ਕਰਦਾ ਹੈ, ਕੋਈ ਇਹਨਾਂ ਦਾ ਡਰਾਈਵਰ ਬਣਿਆ ਹੋਇਆ ਹੈ, ਕੋਈ ਇਹਨਾਂ ਦੇ ਘਰ ਦੇ ਕੰਮ ਕਰਦਾ ਹੈ। ਸਰਕਾਰੀ ਅਧਿਕਾਰੀ ਜਿਹੜੇ ਆ ਇਹਨਾਂ ਦੀ ਪ੍ਰਧਾਨ ਦੀ ਮਿਲੀ ਭੁਗਤ ਦੇ ਨਾਲ ਕੰਮ ਕਰਦੇ ਪਏ ਆ। ਹੁਣ ਤੁਸੀਂ ਦੇਖੋ, ਅੱਜ ਤੁਸੀਂ ਪ੍ਰੈਸ ਦੇ ਨਾਲ ਆਏ ਹੋ, ਉਹਦੇ ਬਾਵਜੂਦ ਇਹਨਾਂ ਨੇ ਦੇਖੋ ਕਿਵੇਂ ਪਾਸਾ ਪਲਟਿਆ। ਬਹੁਤ ਵਾਰੀ ਇਹਨਾਂ ਨੇ ਈਓ ਸਾਹਿਬ ਨੂੰ ਨੌਲੇਜ 'ਚ ਲਿਆਂਦਾ ਕਿ ਬੇਨਤੀ ਹੈ ਕਿ ਲੋਕ ਸਾਨੂੰ ਦੁਖੀ ਕਰ ਰਹੇ ਆ, ਸਾਡੇ ਵਾਰਡਾਂ ਦੇ ਵਿੱਚ ਬੁਰਾ ਹਾਲ ਹੈ ਈਓ ਸਾਹਿਬ। ਤੇ ਜਿਹੜੇ ਬੰਦੇ ਤੁਸੀਂ ਅੰਦਰ ਸੂਟਡ ਬੂਟਡ ਜਿਹੜੇ ਬਾਹ ਛੱਡੇ ਨੇ, ਅੰਦਰ ਜਿਹੜੇ ਡਰਾਈਵਰ ਲਾ ਛੱਡੇ ਨੇ, ਜਾਂ ਅੰਦਰ ਜਿਹੜੇ ਕੰਮ ਕਰ ਰਹੇ ਆ, ਉਹਨਾਂ ਨੂੰ ਜੇ ਨਹੀਂ ਉਹ ਸੇਵਾ ਸੰਭਾਲ ਸਕਦੇ, ਉਹਨਾਂ ਨੂੰ ਸੇਵਾ ਮੁਕਤ ਕਰੋ। ਤੇ ਬੰਦੇ ਜਿਹੜੇ ਆ ਜ਼ਰੂਰਤਮੰਦ, ਉਹਨਾਂ ਨੂੰ ਦਿਓ ਨੌਕਰੀਆਂ। ਜੋ ਕਿ 12 ਨੰਬਰ ਵਾਰਡ ਦੇ ਵਿੱਚ ਇਸ ਮੁੰਡੇ ਦੀ ਡਿਊਟੀ ਲੱਗੀ ਹੈ, ਇਹ ਪਹੁੰਚਦਾ ਹੀ ਨਹੀਂ। ਸੂਟਡ ਬੂਟਡ ਸਾਰੇ। ਸਰਬਜੀਤ ਸਿੰਘ। ਉਸ ਤੋਂ ਬਾਅਦ 2 ਵਜੇ ਫਿਰ ਹਾਜ਼ਰੀ ਲੱਗਣੀ ਹੈ। ਉਹ ਖਾਲੀ ਕਾਲਮ ਦੇ ਵਿੱਚ 2 ਵਜੇ ਆ ਕੇ ਤਾਂ ਉਹ ਜਿਹੜੀ ਐਬਸੈਂਟ ਨੂੰ ਜਾਂ ਖਾਲੀ ਕਾਲਮ ਨੂੰ ਇਹ ਪ੍ਰੈਜ਼ੈਂਟ ਦੇ ਵਿੱਚ ਬਦਲਣਗੇ। ਇੱਕ ਮੁੰਡਾ ਰਾਜਕੁਮਾਰ ਕੁੰਡਿਆਂ ਤੋਂ ਹੈ, ਉਹ ਸੁੱਚਾ ਸਿੰਘ ਦਾ ਕਮੇਟੀ ਕਲਰਕ ਹੈਗਾ ਇੱਥੇ, ਉਹਦਾ ਕੰਮ ਕਰ ਰਿਹਾ ਘਰੇ ਹੀ, ਸਫਾਈ ਸੇਵਕ ਦਾ ਉਹ ਕੰਮ ਕਰ ਰਿਹਾ, ਉਹਨੂੰ ਵੀ ਰੱਖਿਆ ਐਸਸੀ ਦੇ ਹੋਣ ਦੇ ਬਾਅਦ। ਸੁੱਚਾ ਸਿੰਘ ਇੱਥੇ ਕਿਹੜੀ ਪੋਸਟ ਤੇ? ਉਹ ਇੱਥੇ ਕਲਰਕ ਨੇ ਮੌਜੂਦਾ। ਤੇ ਮੈਨੂੰ ਬੁਲਾਉਣ ਨੂੰ ਕੋਈ ਡਰ ਨਹੀਂ, ਕਿਉਂਕਿ ਮੈਂ ਦਫ਼ਤਰ ਦਾ ਕੰਮ ਕਰਾ ਸਕਦਾ ਛੁੱਟੀ ਵਾਲੇ ਦਿਨ। ਮੈਨੂੰ ਕੋਈ ਅਫਸਰ ਨੇ ਮਜਬੂਰੀ ਕਰਿਆ ਵੀ ਕਰਨਾ ਆਪਾਂ, ਤੇ ਆਪਾਂ ਨੂੰ ਕਰਨ ਲਈ ਮੈਂ ਘਰੇ ਵੀ ਬੁਲਾ। ਗਰੀਬ ਪਰਿਵਾਰ ਦੇ ਬੱਚਿਆਂ ਨੂੰ ਇਹ ਮਤਲਬ ਕਹਿੰਦਾ ਰੱਖਦੇ ਨਹੀਂ ਹੈ। ਜਿਹੜੇ ਤਨਖਾਹਾਂ ਨੇ ਸਰਕਾਰ ਨੂੰ ਇਹ ਚੂਨਾ ਅੱਗੇ ਵੀ ਲਗਾਉਂਦੇ ਰਹੇ ਆ, ਤੇ ਹੁਣ ਵੀ ਇਹਨਾਂ ਦਾ ਜਿਹੜਾ ਇਹ ਜੈਕ ਉਵੇਂ ਚੱਲ ਰਿਹਾ। ਤੁਹਾਡੇ ਸਫਾਈ ਕਰਮਚਾਰੀ ਹੈਗੇ ਆ ਜਿਹੜੇ ਤੁਸੀਂ ਦੱਸਿਆ 23 ਦੇ ਆਸ-ਪਾਸ ਰੱਖੇ, ਉਹਨਾਂ ਦੇ ਵਿੱਚੋਂ 20 ਕਰਮਚਾਰੀ ਆ, ਉਹਨਾਂ ਦੇ ਵਿੱਚੋਂ ਜਿਹੜੇ ਆ ਕੋਈ ਤੁਹਾਡੇ ਦਫ਼ਤਰ ਦੇ ਵਿੱਚ ਇੱਥੇ ਕੰਮ ਕਰ ਰਿਹਾ, ਕੋਈ ਕਲੈਰੀਕਲ 'ਚ ਬੈਠਾ, ਕੀ ਇਸ ਤਰ੍ਹਾਂ ਦੀ ਕੋਈ ਹਦਾਇਤ ਹੈ ਤੁਹਾਨੂੰ ਕਿ ਤੁਸੀਂ ਸਫਾਈ ਕਰਮਚਾਰੀ ਨੂੰ ਇੱਥੇ ਅੰਦਰ ਕੰਪਿਊਟਰ ਦੇ ਬਿਠਾ ਕੇ ਉਹਦੇ ਤੋਂ ਕੰਮ ਲੈ ਸਕਦੇ? ਬਿਲਕੁਲ ਸੂਟ ਬੂਟ ਪਾ ਕੇ ਟੌਰ ਕੱਢ ਕੇ ਬੈਠੇ, ਉਹਨਾਂ ਨੂੰ ਸਫਾਈ ਕਰਨ ਦੀ ਕੀ ਲੋੜ ਆ ਜੀ? 9,500 ਰੁਪਏ ਕੁਰਸੀ ਤੇ ਬੈਠੇ ਨੂੰ ਮਿਲਦਾ, ਉਹਨਾਂ ਨੂੰ ਲੋੜ ਹੀ ਨਹੀਂ ਸਫਾਈ ਕਰਨ ਦੀ। ਪਰ ਮੈਂ ਉਹਨਾਂ ਨੂੰ ਨਾ ਕਹਿ ਸਕਦਾ, ਕੋਈ ਨਾ ਮੇਰੀ ਜੁਡੀਡਿਕਸ਼ਨ 'ਚ ਆਉਂਦਾ, ਨਾ ਮੈਂ ਉਹਨੂੰ ਕਹਿ ਸਕਦਾ ਉਹਨਾਂ ਨੂੰ, ਨਾ ਮੈਨੂੰ ਉਹਨਾਂ ਨੂੰ ਕਹਿਣ ਦੀ ਲੋੜ ਏ। ਜੇ ਮੈਂ ਕਹਿਣਾ ਤਾਂ ਉਲਟਾ ਉਹ ਮੇਰੇ ਗੱਲ ਨੂੰ ਪੈਂਦੇ ਨੇ, ਤੇ ਕਿਉਂਕਿ ਤੈਨੂੰ ਅਥਾਰਟੀ ਨਹੀਂ ਸਾਨੂੰ ਕਹਿਣ ਦੀ। ਯਾਨੀ ਕਿ ਬਹਿੰਦੇ ਹੈਗੇ ਨੇ, ਪਰ ਅਥਾਰਟੀ ਨਹੀਂ। ਉਹ ਕਹਿੰਦੇ ਤੈਨੂੰ ਅਥਾਰਟੀ ਸਾਨੂੰ ਕਹਿਣ ਦੀ। ਭਰਤੀ ਦਾ ਸਫਾਈ ਸੇਵਕ ਦੇ ਨਾਮ ਤੇ ਹੋਇਆ, ਪਰ ਉਹ ਜਿਹੜੇ ਆ ਅੰਦਰ ਕੰਮ ਕਰਦੇ ਆ। ਜਾਣੀ ਕਿ ਇਹ ਵੀ ਗੱਲ ਕਹੀ ਆ ਕਿ ਜਿਹੜੇ ਸਫਾਈ ਸੇਵਕ ਆ ਜਿਹੜੇ ਅੰਦਰ ਬੈਠੇ ਆ, ਉਹਨਾਂ ਨੇ ਅੱਗੇ ਬੰਦੇ ਰੱਖ ਕੇ ਉਹਨਾਂ ਤੋਂ ਸਫਾਈ ਜਿਹੜੀ ਕਰਵਾਈ ਜਾ ਰਹੀ ਆ। ਤਾਂ ਦਾਰੋ-ਮਦਾਰ ਤੁਸੀਂ ਖੁਦ ਦੇਖ ਸਕਦੇ ਹੋ ਕਿੰਨਾ ਵੱਡਾ ਇੱਥੇ ਚੱਲ ਰਿਹਾ। ਜਿਹੜੇ ਇਲਜ਼ਾਮ ਆ ਨਗਰ ਪੰਚਾਇਤ ਮਮਦੋਟ ਤੇ ਲੱਗਦੇ ਦਿਖਾਈ ਦੇ ਰਿਹਾ ਕਿ ਇੱਥੋਂ ਦੇ ਜਿਹੜੇ ਕਰਮਚਾਰੀ ਹੈਗੇ ਆ, ਉਹਨਾਂ ਦੀ ਜਿਹੜੀ ਪੋਸਟ ਆ ਉਹ ਤਾਂ ਸਫਾਈ ਕਰਮਚਾਰੀ ਦੀ ਭਰੀ ਆ, ਪਰ ਜਿਹੜੇ ਕਰਮਚਾਰੀ ਹੈਗੇ ਆ ਉਹ ਇੱਥੇ ਅੰਦਰ ਦਫ਼ਤਰ ਦੇ ਬੈਠ ਕੇ ਕੰਮ ਕਰਦੇ ਦਿਖਾਈ ਦਿੰਦੇ ਆ। ਹਾਲਾਂਕਿ ਹੁਣ ਦੀ ਜਿਹੜੀ ਤਸਵੀਰ ਆ ਉਹ ਆਪਾਂ ਲੈ ਲੈਂਦੇ ਆ। ਫਿਲਹਾਲ ਇਸ ਕਮਰੇ ਦੀ ਗੱਲ ਕਰੀਏ ਤਾਂ ਕੁਰਸੀ ਖਾਲੀ ਆ, ਪਰ ਤੁਹਾਨੂੰ ਤਸਵੀਰ ਪਹਿਲਾਂ ਦੀ ਵੀ ਦਿਖਾਵਾਂਗੇ ਕਿ ਪਹਿਲਾਂ ਜਦੋਂ ਅਸੀਂ ਦੱਸਿਆ ਨਹੀਂ ਸੀ ਕਿ ਅਸੀਂ ਮੀਡੀਆ ਤੋਂ, ਉਸ ਸਮੇਂ ਦੀ ਤਸਵੀਰ ਜਿਹੜੀ ਆ ਉਹ ਵੀ ਤੁਹਾਨੂੰ ਅੰਦਰ ਦੀ ਜਿਹੜੀ ਦਿਖਾ ਸਕਦੇ ਆ। ਸਕਰੀਨ ਤੇ ਤੁਸੀਂ ਦੇਖ ਸਕਦੇ ਹੋ, ਤੇ ਦੂਸਰੇ ਪਾਸੇ ਦੇਖ ਸਕਦੇ ਹੋ ਕਿ ਇੱਥੇ ਵੀ ਜਿਹੜਾ ਇਹ ਦਫ਼ਤਰ, ਇਹ ਜਿਹੜਾ ਕਮਰਾ ਹੈਗਾ ਖਾਲੀ ਹੈਗਾ, ਤੇ ਸਾਹਮਣੇ ਇਸ ਕਮਰੇ 'ਚ ਵੀ ਤੁਸੀਂ ਦੇਖ ਸਕਦੇ ਹੋ ਕਿ ਇਹ ਵੀ ਜਿਹੜਾ ਕਮਰਾ ਹੈਗਾ ਇਹ ਵੀ ਖਾਲੀ। ਜਾਣੀ ਕਿ ਜਦੋਂ ਪਤਾ ਚੱਲਦਾ ਹੈ ਕਿ ਮੀਡੀਆ ਕਰਮੀ ਇੱਥੇ ਆਇਆ, ਖਬਰ ਕਰਨ ਦੇ ਲਈ ਆਇਆ, ਤਾਂ ਉਸ ਤੋਂ ਬਾਅਦ ਜਿਹੜੇ ਇੱਥੇ ਇਲਜ਼ਾਮ ਲਾਏ ਜਾ ਰਹੇ ਆ ਕਿ ਜਿਹੜੇ ਸਫਾਈ ਕਰਮਚਾਰੀ ਆ ਉਹ ਇੱਥੇ ਬੈਠਦੇ ਆ। ਪਰ ਫਿਲਹਾਲ ਰਫੂ ਚੱਕਰ ਹੋ ਚੁੱਕਿਆ। ਕੁਝ ਵੀਡੀਓ ਕਲਿੱਪ ਵੀ ਤੁਹਾਨੂੰ ਦਿਖਾ ਦਿੰਦੇ ਆ ਕਿ ਕਿਵੇਂ ਮੋਟਰਸਾਈਕਲ ਦੇ ਉੱਪਰ ਬੈਠ ਕੇ ਇੱਥੋਂ ਜਾਂਦੇ, ਜਾਣੀ ਕਿ ਭੱਜਦੇ ਦਿਖਾਈ ਦੇ ਰਿਹਾ। ਕਿਉਂਕਿ ਜਦੋਂ ਅਸੀਂ ਕੈਮਰਾ ਕੱਢਦੇ ਉਹਨਾਂ ਨੂੰ ਪਤਾ ਚੱਲਦਾ ਹੈ ਕਿ ਮੀਡੀਆ ਕਰਮੀ ਆਏ ਆ, ਤਾਂ ਉਸ ਤੋਂ ਬਾਅਦ ਉਹ ਬੜੀ ਜਲਦੀ ਦੇ ਵਿੱਚ ਮੋਟਰਸਾਈਕਲ ਇੱਥੋਂ ਕੱਢ ਕੇ ਭਜਾ ਕੇ ਲਿਜਾਂਦੇ ਦਿਖਾਈ ਦੇ ਰਿਹਾ। ਪਰ ਸਵਾਲੀਆ ਚਿੰਨ੍ਹ ਖੜਾ ਹੁੰਦਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਵੀ, ਔਰ ਕਿ ਜਿਹੜੇ ਸਫਾਈ ਕਰਮਚਾਰੀਆਂ ਨੂੰ ਜੁਆਇਨ ਕਰਵਾਇਆ ਗਿਆ, ਜਿਨ੍ਹਾਂ ਨੂੰ ਸਿਰਫ ਔਰ ਸਿਰਫ ਜੁਆਇਨਿੰਗ ਸਫਾਈ ਕਰਮਚਾਰੀਆਂ ਦੀ ਦਿੱਤੀ ਗਈ, ਇੱਥੇ ਕਿਵੇਂ ਬੈਠ ਸਕਦੇ ਆ ਅੰਦਰ ਦਫ਼ਤਰ ਦੀਆਂ ਕੁਰਸੀਆਂ ਦੇ ਉੱਪਰ ਬੈਠ ਕੇ ਕੰਪਿਊਟਰ ਦਾ ਜਾਂ ਕੋਈ ਹੋਰ ਕੰਮ ਉਹ ਕਿਵੇਂ ਕਰ ਸਕਦੇ ਹੈਗਾ? ਵੱਡਾ ਸਵਾਲ ਜਿਹੜਾ ਹੈਗਾ ਉਹ ਖੜਾ ਹੁੰਦਾ ਦਿਖਾਈ ਦੇ ਰਿਹਾ। ਨਗਰ ਪੰਚਾਇਤ ਮਮਦੋਟ ਜਦੋਂ ਅਸੀਂ ਪਹੁੰਚੇ ਹਾਂ, ਪਹਿਲਾਂ ਤਾਂ ਉਹ ਤਸਵੀਰ ਦੇਖੋ ਕਿ ਇਸ ਜਗ੍ਹਾ ਦੇ ਉੱਪਰ ਨੋਟਿਸ ਨਹੀਂ ਲੱਗਿਆ ਸੀ। ਜਦੋਂ ਕੈਮਰਾ ਦੇਖਦੇ ਆ ਤਾਂ ਉਸ ਤੋਂ ਬਾਅਦ ਇੱਕ ਨੋਟਿਸ ਚਪਕਾ ਦਿੱਤਾ ਜਾਂਦਾ ਇੱਕ ਖਾਨਾ ਪੂਰਤੀ ਕਰਨ ਦੇ ਲਈ। ਇਹ ਨੋਟਿਸ ਕੀ ਹੈਗਾ? ਇਹ ਨੋਟਿਸ 2 ਮਈ 2022 ਦਾ, ਜਦੋਂ ਲੋਕਪਾਲ ਪੰਜਾਬ ਤੋਂ ਇੱਕ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਨੇ ਕਿ ਅਗਰ ਤੁਸੀਂ ਕੋਈ ਵੀ ਕੰਪਲੇਂਟ ਇਸ ਦਫ਼ਤਰ ਦੇ ਬਾਬਤ ਕਰਨੀ ਚਾਹੁੰਦੇ ਹੋ ਤਾਂ ਉਹ ਤੁਸੀਂ ਇਹਨਾਂ ਨੰਬਰਾਂ ਤੇ ਜਿਹੜੀ ਆ ਕੰਪਲੇਂਟ ਕਰ ਸਕਦੇ ਹੋ। ਇਸ ਨਗਰ ਪੰਚਾਇਤ ਮਮਦੋਟ ਅਸੀਂ ਮੌਜੂਦ ਹਾਂ, ਜਿੱਥੇ ਕਿ ਸਫਾਈ ਕਰਮਚਾਰੀਆਂ ਦੇ ਉੱਪਰ ਵੱਡੇ ਇਲਜ਼ਾਮ ਲੱਗ ਰਹੇ ਆ, ਔਰ ਜਿਹੜੇ ਇੱਥੋਂ ਦੇ ਅਧਿਕਾਰੀ ਆ ਉਹਨਾਂ ਦੇ ਉੱਪਰ ਵੀ ਵੱਡੇ ਇਲਜ਼ਾਮ ਲੱਗ ਰਹੇ ਆ। ਇੱਥੋਂ ਤੱਕ ਕਿਹਾ ਜਾ ਰਿਹਾ ਹੈ ਕਿ ਜਿਹੜੇ ਸਫਾਈ ਕਰਮਚਾਰੀ ਹੈਗੇ ਆ
ਉਹਨਾਂ ਦੇ ਵੱਲੋਂ ਵਾਰਡਾਂ ਦੇ ਵਿੱਚ ਜਾ ਕੇ ਕੰਮ ਨਹੀਂ ਕੀਤਾ ਜਾਂਦਾ। ਇੱਥੋਂ ਤੱਕ ਵੀ ਗੱਲਾਂ ਕਹੀਆਂ ਗਈਆਂ ਨੇ ਕਿ ਜਿਹੜੇ ਸਫਾਈ ਕਰਮਚਾਰੀ ਆ ਉਹ ਇਸ ਦਫ਼ਤਰ ਦੇ ਵਿੱਚ ਨਗਰ ਪੰਚਾਇਤ ਮਮਦੋਟ ਦੇ ਅੰਦਰ ਬੈਠ ਕੇ ਦੂਸਰੇ ਕੰਮ ਕੀਤੇ ਜਾਂਦੇ ਆ, ਜਾਨੀ ਕਿ ਕੋਈ ਕੰਪਿਊਟਰ ਤੇ ਬੈਠਾ ਕੁਰਸੀਆਂ ਵਾਲੇ ਬੈਠ ਕੇ ਕੰਮ ਕੀਤੇ ਜਾਂਦੇ ਆ। ਹਾਲਾਂਕਿ ਸਫਾਈ ਕਰਮਚਾਰੀਆਂ ਦੀ ਭਰਤੀ ਉਹਨਾਂ ਦੀ ਕੀਤੀ ਗਈ ਆ। ਲੋਕ ਸਾਡੇ ਕੋਲੇ ਮੌਜੂਦ ਹੈਗੇ, ਗੱਲਬਾਤ ਕਰਦੇ ਆ। ਸਿੰਧੀ ਜੀ, ਕੀ ਲੱਗਦਾ ਨਗਰ ਪੰਚਾਇਤ ਮਮਦੋਟ ਦੇ ਵਿੱਚ ਕੀ ਕੁਝ ਹੋ ਰਿਹਾ? ਨਗਰ ਪੰਚਾਇਤ ਮਮਦੋਟ ਦੇ ਵਿੱਚ ਜੀ ਪੁਰਾਣਾ ਹੀ ਜੇ ਮੈਂ ਗੱਲ ਕਰਾਂ ਤੇ ਸਾਰਾ ਕੁਝ ਹੀ ਗਲਤ ਹੋ ਰਿਹਾ। ਜਿਸ ਤੋਂ ਇਹ ਆ ਵੀ ਪਿਛਲੀ ਸਰਕਾਰ ਦੇ ਵਿੱਚ ਕਰਪਸ਼ਨ, ਇੱਥੇ ਕਮਰਿਆਂ ਦੇ ਪੈਸੇ ਲਏ ਗਏ, ਲੋਕਾਂ ਦੇ ਕਹਿਣ ਮੁਤਾਬਕ ਕਮਰਿਆਂ ਦੇ ਪੈਸੇ ਲਏ ਗਏ। ਜਿਹੜਾ ਵੀ ਕੰਮ ਹੈ ਜਾਇਜ਼ ਆ ਨਜਾਇਜ਼ ਆ ਉਹਦੀ ਇੱਥੇ ਫੁੱਲ ਜਿਹੜੀ ਰਿਸ਼ਵਤਖੋਰੀ ਚੱਲਦੀ ਰਹੀ ਹੈ। ਅੱਜ ਇੱਥੇ ਜਿਹੜਾ ਆ ਪ੍ਰਧਾਨ ਆ ਨਗਰ ਪੰਚਾਇਤ ਦਾ ਉਹ ਓਪੋਜ਼ਿਟ ਪਾਰਟੀ ਦਾ ਆ। ਉਹਨੇ ਪਿਛਲੀ ਵਾਰ ਜਿਹੜੇ ਸਫਾਈ ਸੇਵਕ ਰੱਖੇ ਨੇ ਉਹਨਾਂ ਨੇ ਆਪਦੀ ਫੇਵਰ ਦੇ ਰੱਖੇ, ਜਿਹੜੇ ਬੰਦੇ ਉਹਨਾਂ ਦੇ ਚੇਤੇ ਸੀਗੇ ਉਹ ਬੰਦੇ ਰੱਖੇ ਗਏ ਆ। ਜਿਹੜੇ ਬੰਦੇ ਕੰਮ ਕਰਨ ਵਾਲੇ ਆ, ਜਿਹੜੇ ਸਫਾਈ ਸੇਵਕ ਵਾਕਈ ਹੀ ਸਫਾਈ ਦਾ ਕੰਮ ਕਰਦੇ ਨੇ ਤੇ ਜਿਨ੍ਹਾਂ ਨੇ ਗਰੀਬ ਬੰਦਿਆਂ ਨੇ ਕੰਮ ਕਰਨਾ ਹੈ, ਉਹਨਾਂ ਨੂੰ ਇਸ ਪੋਸਟ ਤੋਂ ਵਾਂਝੇ ਰੱਖਿਆ ਗਿਆ। ਆਪਦੇ ਚੇਤੇ ਸੂਟੜ ਬੂਟੜ ਬੰਦੇ ਲਿਆ ਕੇ ਸਫਾਈ ਸੇਵਕਾਂ 'ਚ ਭਰਤੀ ਕੀਤਾ ਗਿਆ। ਉਹ ਬੰਦੇ ਜਿਹੜੇ ਬੈਠੇ ਨੇ, ਕੋਈ ਕੰਪਿਊਟਰ ਤੇ ਕੰਮ ਕਰਦਾ ਹੈ, ਕੋਈ ਇਹਨਾਂ ਦਾ ਡਰਾਈਵਰ ਬਣਿਆ ਹੋਇਆ ਹੈ, ਕੋਈ ਇਹਨਾਂ ਦੇ ਘਰ ਦੇ ਕੰਮ ਕਰਦਾ ਹੈ। ਘੱਟੋ ਘੱਟ 7-8 ਬੰਦੇ ਜਿਹੜੇ ਨੇ ਉਹ ਦਫ਼ਤਰ ਦੇ ਵਿੱਚ ਬੈਠੇ ਨੇ। ਵਾਰਡਾਂ ਦੇ ਵਿੱਚ ਕੰਮ ਨਹੀਂ ਹੋ ਰਿਹਾ, ਸਫਾਈ ਦਾ ਕੰਮ ਨਹੀਂ ਹੋ ਰਿਹਾ। ਸ਼ਹਿਰ ਦੇ ਵਿੱਚ ਜਾ ਕੇ ਵੇਖੋ, ਗੰਦ ਪਿਆ ਗੋਡੇ ਗੋਡੇ। ਜਿਹੜਾ ਆ ਕਿਸੇ ਵੀ ਵਾਰਡ ਦੇ ਵਿੱਚ ਕੋਈ ਚੱਜ ਨਾਲ ਤਰੀਕੇ ਨਾਲ ਕੋਈ ਕੰਮ ਨਹੀਂ ਹੋ ਰਿਹਾ। ਨਹੀਂ, ਜਿਹੜੇ ਤੁਸੀਂ ਕਿਹਾ ਕਿ ਕਰਮਚਾਰੀ ਹੈਗੇ ਆ ਸਫਾਈ ਕਰਮਚਾਰੀ, ਉਹ ਅੰਦਰ ਬੈਠ ਕੇ ਕੰਮ ਕਰਦੇ ਆ, ਕਿ ਇੱਥੋਂ ਦੇ ਜਿਹੜੇ ਪ੍ਰਬੰਧਕ ਆ, ਇੱਥੋਂ ਦੇ ਜਿਹੜੇ ਸਰਕਾਰੀ ਅਧਿਕਾਰੀ ਆ, ਉਹ ਕੀ ਕਰ ਰਹੇ? ਸਰਕਾਰੀ ਅਧਿਕਾਰੀ ਜਿਹੜੇ ਆ ਇਹਨਾਂ ਦੀ ਪ੍ਰਧਾਨ ਦੀ ਮਿਲੀ ਭੁਗਤ ਦੇ ਨਾਲ ਕੰਮ ਕਰਦੇ ਪਏ ਆ। ਕੋਈ ਵੀ ਬੰਦਾ ਜਿਹੜਾ ਆ ਇੱਥੇ ਸਰਕਾਰੀ ਅਧਿਕਾਰੀ ਆ ਜਿਹੜਾ ਉਹ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ, ਜੋ ਕਾਨੂੰਨੀ ਤੌਰ ਤੇ ਹੋਣਾ ਚਾਹੀਦਾ ਉਹ ਕੰਮ ਨਹੀਂ ਕਰ ਰਿਹਾ। ਜਿਹੜਾ ਬੰਦਾ, ਮੈਂ ਪਿਛਲੀ ਵਾਰ ਵੀ ਇਹਨਾਂ ਕੋਲੇ ਆਇਆ ਸੀਗਾ, ਮੈਂ ਆਪਣੇ ਐਮਐਲਏ ਸਾਹਿਬ ਵੱਲੋਂ ਵੀ ਇਹਨਾਂ ਨੂੰ ਰਿਕੁਐਸਟ ਕੀਤੀ ਵੀ ਜਿਹੜਾ ਬੰਦਾ ਕੰਮ ਨਹੀਂ ਕਰਦਾ ਉਹਨੂੰ ਕਾਨੂੰਨੀ ਨੋਟਿਸ ਦਿਓ, ਕਾਰਨ ਦੱਸੋ, ਨੋਟਿਸ ਕੱਢੋ। ਜੇਕਰ ਉਹ ਨੋਟਿਸ ਤੋਂ ਬਾਅਦ ਵੀ ਕੰਮ ਨਹੀਂ ਕਰਦਾ ਤਾਂ ਉਹਨੂੰ ਟਰਮੀਨੇਟ ਕਰੋ। ਉਹਦੀ ਜਗ੍ਹਾ ਤੇ ਹੋਰ ਬੰਦਾ ਜਿਹੜਾ ਆ ਉਹ ਭਰਤੀ ਕੀਤਾ ਜਾ ਸਕੇ। ਜਿਹੜਾ ਬੰਦਾ ਜਾਇਜ਼ ਇੱਥੇ ਕੰਮ ਕਰਨ ਦੇ ਯੋਗ ਆ, ਜਿਹੜਾ ਬੰਦਾ ਕੰਮ ਕਰਨਾ ਚਾਹੁੰਦਾ ਉਹ ਬੰਦਾ ਭਰਤੀ ਕੀਤਾ ਜਾਏ, ਉਹਨੂੰ ਲਾਭ ਮਿਲੇ। ਆਮ ਆਦਮੀ ਪਾਰਟੀ ਦੇ ਆਉਣ ਤੋਂ ਬਾਅਦ ਕੀ ਬਦਲ ਹੈਗਾ? ਆਮ ਆਦਮੀ ਪਾਰਟੀ ਦੇ ਆਉਣ ਤੋਂ ਬਾਅਦ ਇਹ ਫਿਰ ਬਦਲ ਹੈ ਕਿ ਦੇਖੋ ਜਿਹੜੇ ਮਹਿਕਮੇ ਦੇ ਅਫਸਰ ਹੈ, ਹੁਣ ਤੁਸੀਂ ਅੱਜ ਆਏ ਜੇ, ਦੇਖੋ ਤੁਹਾਡੇ ਆਉਣ ਨਾਲ ਇਹਨਾਂ ਨੇ ਇੰਟਰਵਿਊ ਕੈਂਸਲ ਕਰ ਦਿੱਤੀ। ਆਮ ਪਾਰਟੀ ਦੇ ਵਰਕਰ ਆਏ ਆ, ਅੱਗੇ ਅਸੀਂ ਆਨੇ ਆ, ਸਾਡੀ ਇੱਥੇ ਕੋਈ ਸੁਣਵਾਈ ਨਹੀਂ ਕਿਸੇ ਤਰ੍ਹਾਂ ਦੀ, ਸਾਡੀ ਗੱਲ ਤੇ ਕੋਈ ਗੌਰ ਨਹੀਂ ਕੀਤਾ ਜਾਂਦਾ। ਹੁਣ ਤੁਸੀਂ ਦੇਖੋ ਅੱਜ ਤੁਸੀਂ ਪ੍ਰੈਸ ਦੇ ਨਾਲ ਆਏ ਹੋ, ਉਹਦੇ ਬਾਵਜੂਦ ਇਹਨਾਂ ਨੇ ਦੇਖੋ ਕਿਵੇਂ ਪਾਸਾ ਪਲਟਿਆ। ਇੱਥੋਂ ਹੀ ਅੰਦਾਜ਼ਾ ਲਾ ਲੈਣਾ ਚਾਹੀਦਾ ਹੈ ਕਿ ਇਹਨਾਂ ਦੇ ਮਨਾਂ ਦੇ ਵਿੱਚ ਚੋਰ ਹੈ ਤੇ ਮਿਲੀ ਭੁਗਤ ਨਾਲ ਕੰਮ ਚੱਲ ਰਿਹਾ ਹੈ। ਸਫਾਈ ਕਰਮਚਾਰੀ ਸੁਣਨ ਚ ਆ ਰਿਹਾ ਕਿ ਉਹ ਕੰਮ ਨਹੀਂ ਕਰਦੇ ਪਰ ਬੈਠੇ ਅੰਦਰ ਹੁੰਦੇ। ਦੇਖੋ ਜੀ, ਉਹ ਤਾਂ ਸਭ ਕੁਝ ਸ਼ੋਅ ਹੋ ਰਿਹਾ ਹੈ। ਰਿਐਲਿਟੀ ਇਹੀ ਤੁਸੀਂ ਅੱਜ ਆਪਦੇ ਅੱਖਾਂ ਨਾਲ ਦੇਖਿਆ ਕਿ ਕੀ ਕੁਛ, ਮਤਲਬ ਜੋ ਸਫਾਈ ਕਰਮਚਾਰੀ ਦੇ ਯੋਗ ਹੈ, ਹੱਕ ਜਿੰਦਾ ਹੈ, ਉਹਨੂੰ ਮਿਲਣਾ ਚਾਹੀਦਾ। ਅਸੀਂ ਇਸ ਚੀਜ਼ਾਂ ਦੀ ਆਵਾਜ਼ ਉਠਾਉਂਦੇ ਹਾਂ ਪਰ ਸਾਡੀ ਆਵਾਜ਼ ਤੇ ਕੋਈ ਗੌਰ ਨਹੀਂ ਕੀਤਾ ਜਾ ਰਿਹਾ। ਤੇ ਅਸੀਂ ਤੁਹਾਡਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਕਿ ਤੁਸੀਂ ਜਿਹੜਾ ਇਹ ਸਮਾਂ ਕੱਢ ਕੇ ਤੁਸੀਂ ਆਏ ਹੋ, ਇਸ ਚੀਜ਼ ਦੇ ਵਿੱਚ ਅੱਜ ਤੁਸੀਂ ਪਹੁੰਚੇ ਹੋ ਤੇ ਇਸ ਚੀਜ਼ ਦੇ ਉੱਤੇ ਦੇਖੋ ਕਿਵੇਂ ਇਹਨਾਂ ਨੇ ਪਾਸਾ ਪਲਟਿਆ। ਇਸ ਚੀਜ਼ ਦੀ ਸਾਨੂੰ ਵੀ ਖੁਸ਼ੀ ਹੈ ਕਿ ਤੁਹਾਡੇ ਆਉਣ ਦੇ ਨਾਲ ਕੁਝ ਪ੍ਰੂਫ ਤੁਹਾਡੇ ਸਾਹਮਣੇ ਆਏ ਨੇ। ਵਾਰਡਾਂ ਦੇ ਵਿੱਚ ਕਿਸ ਢੰਗ ਨਾਲ ਕੰਮ ਹੋ ਰਿਹਾ? ਵਾਰਡਾਂ ਦੇ ਵਿੱਚ ਦੇਖੋ ਜੀ, ਜਨਤਾ ਵਿਚਾਰੀ ਦੁਖੀ ਹੈ, ਪਬਲਿਕ। ਹੁਣ ਕੁਛ ਦਿਨਾਂ ਦੇ ਪਹਿਲਾਂ ਦੀ ਗੱਲ ਹੈ ਕਿ ਮੈਂ ਆਮ ਪਾਰਟੀ ਮਮਦੋਟ ਯੂਥ ਆਗੂ, ਮੇਰੇ ਘਰ ਦੇ ਬਾਹਰ ਮਹੱਲੇ ਵਾਲਿਆਂ ਨੇ ਕੂੜਾ ਸਿੱਟ ਦਿੱਤਾ। ਮੈਂ ਬਾਹਰ ਕਿਤੇ ਗਿਆ ਸੀ, ਮੈਂ ਆਇਆ, ਮੈਂ ਉਹਨਾਂ ਨੂੰ ਪੁੱਛਿਆ ਕਿ ਭਾਈ ਇਹ ਕੀ ਮਤਲਬ ਕਹਿੰਦਾ ਬਦਤਮੀਜ਼ੀ ਹੈ। ਉਹ ਕਹਿੰਦੇ ਦੇਖੋ ਤੁਸੀਂ ਆਮ ਪਾਰਟੀ ਦੀ ਸਰਕਾਰ ਹੈ, ਤੁਸੀਂ ਆਮ ਪਾਰਟੀ ਦੇ ਵਿੱਚ ਸੀਨੀਅਰ ਹੋ ਤੇ ਤੁਹਾਡੇ ਰਾਜ ਦੇ ਵਿੱਚ ਆ ਦੇਖੋ ਗਲੀਆਂ ਦੇ ਵਿੱਚੋਂ ਕੂੜਾ ਨਹੀਂ ਚੱਕ ਕੇ ਲੈ ਜਾਂਦੇ, ਸਫਾਈਆਂ ਨਹੀਂ ਕਰਕੇ ਲੈ ਜਾਂਦੇ। ਅੱਗੇ ਸਭ ਕੁਝ ਹੁੰਦਾ ਸੀ ਤੇ ਅਸੀਂ ਤਾਂ ਤੁਹਾਨੂੰ ਮਤਲਬ ਕਹਿੰਦਾ ਤੰਗੀ ਦੇਣੀ ਹੈ। ਤੇ ਮੈਂ ਉਹਨਾਂ ਤੋਂ ਹੱਥ ਜੋੜ ਕੇ ਆਪਦਾ ਅੰਦਰ ਵੜ ਗਿਆ। ਤੇ ਕੋਈ ਸਰਕਾਰੀ ਅਧਿਕਾਰੀ ਕਰਮਚਾਰੀ ਹੈਗਾ ਨਹੀਂਗਾ? ਜਿਹੜੇ ਕਰਮਚਾਰੀ ਸਫਾਈ ਸੇਵਕ ਹੈ ਨਹੀਂ ਤੁਹਾਡੀ ਵਾਰਡ ਦੇ ਵਿੱਚ? ਨਹੀਂ ਜੀ, ਆਂਦੇ ਹੀ ਨਹੀਂ ਹੈ ਜੀ।
ਹੁਣ ਜੇ ਗੱਲ ਨਹੀਂ ਕੀਤੀ ਆਉਂਦੇ ਕਿਉਂ? ਬਹੁਤ ਵਾਰੀ ਇਹਨਾਂ ਨੂੰ ਈਓ ਸਾਹਿਬ ਨੂੰ ਨੌਲੇਜ ਚ ਲਿਆਂਦਾ ਕਿ ਬੇਨਤੀ ਹੈ ਕਿ ਲੋਕ ਸਾਨੂੰ ਦੁਖੀ ਕਰ ਰਹੇ ਆ, ਸਾਡੇ ਵਾਰਡਾਂ ਦੇ ਵਿੱਚ ਬੁਰਾ ਹਾਲ ਹੈ ਈਓ ਸਾਹਿਬ। ਤੇ ਜਿਹੜੇ ਬੰਦੇ ਤੁਸੀਂ ਅੰਦਰ ਸੂਟੜ ਬੂਟੜ ਜਿਹੜੇ ਬਾਹ ਛੱਡੇ ਨੇ, ਅੰਦਰ ਜਿਹੜੇ ਡਰਾਈਵਰ ਲਾ ਛੱਡੇ ਨੇ, ਜਾਂ ਅੰਦਰ ਜਿਹੜੇ ਕੰਮ ਕਰ ਰਹੇ ਆ, ਉਹਨਾਂ ਨੂੰ ਜੇ ਨਹੀਂ ਉਹ ਸੇਵਾ ਸੰਭਾਲ ਸਕਦੇ ਉਹਨਾਂ ਨੂੰ ਸੇਵਾ ਮੁਫਤ ਕਰੋ, ਤੇ ਬੰਦੇ ਜਿਹੜੇ ਆ ਜ਼ਰੂਰਤਮੰਦ ਉਹਨਾਂ ਨੂੰ ਦਿਓ ਨੌਕਰੀਆਂ। ਗਰੀਬ ਪਰਿਵਾਰ ਦੇ ਬੱਚਿਆਂ ਨੂੰ ਇਹ ਮਤਲਬ ਕਹਿਣ ਦਾ ਰੱਖਦੇ ਨਹੀਂ ਹੈ। ਜਿਹੜੇ ਤਨਖਾਹਾਂ ਨੇ ਸਰਕਾਰ ਨੂੰ ਇਹ ਚੂਨਾ ਅੱਗੇ ਵੀ ਲਗਾਉਂਦੇ ਰਹੇ ਆ, ਤੇ ਹੁਣ ਵੀ ਇਹਨਾਂ ਦਾ ਜਿਹੜਾ ਇਹ ਜੈਕ ਉਵੇਂ ਚੱਲ ਰਿਹਾ। ਜਿਹੜੇ ਸਫਾਈ ਕਰਮਚਾਰੀ ਆ ਅੰਦਰ ਬੈਠੇ ਆ ਕੰਮ ਕਰਦੇ ਅੱਜ ਆਏ ਆ? ਬਿਲਕੁਲ ਆਏ ਆ। ਉਹਨਾਂ ਨੇ ਐਬਸੈਂਟਾਂ ਨੇ, ਤੇ ਉਹਦੇ ਬਾਵਜੂਦ ਵੀ ਦੇਖੋ ਤੁਸੀਂ ਕੁਰਸੀਆਂ ਤੇ ਆ ਕੇ ਆਪਣੀ ਪੂਰੀ ਟੌਰ ਨਾਲ ਬਹਿੰਦੇ ਨੇ, ਪੂਰਾ ਰੋਬ ਨਾਲ ਬਹਿੰਦੇ ਨੇ। ਕੋਈ ਕਿਸੇ ਦਾ ਡਰ ਨਹੀਂ ਹੈ, ਕੋਈ ਕਿਸੇ ਦਾ ਭੈ ਨਹੀਂ ਹੈ, ਤੁਸੀਂ ਦੇਖ ਹੀ ਰਹੇ ਹੋ। ਇਹ ਕੀ ਨਾਮ ਤੁਹਾਡਾ? ਮੇਰਾ ਨਾਮ ਬਲਵਿੰਦਰ ਸਿੰਘ MC, ਪਿੰਡ ਸੇਠਾਂ ਵਾਲਾ ਜੀ, ਵਾਰਡ ਨੰਬਰ 12। ਕੀ ਮੁਸ਼ਕਲ ਆ? ਸਰ ਮੈਨੂੰ 1.5 ਸਾਲ ਹੋ ਗਿਆ MC ਬਣੇ ਨੂੰ। ਮੇਰੇ ਹਿਸਾਬ ਨਾਲ 1.5 ਸਾਲ ਦੇ ਵਿੱਚ 1 ਤੋਂ 2 ਵਾਰ ਗਏ ਆ ਮੇਰੇ ਪਿੰਡ। ਅੱਜ ਇੰਨੀ ਜ਼ਿਆਦਾ ਮੁਸ਼ਕਲ ਆਈ ਕਿ ਸਾਡੀ ਮੇਨ ਵਿਚਾਲੀ ਗਲੀ ਦੇ ਵਿੱਚ ਮਰਗ ਹੋ ਗਈ ਹੈ। ਉੱਥੋਂ ਦੇ ਮੁੰਡੇ, ਸਾਡਾ ਜਿਹੜਾ ਗਰੁੱਪ ਬਣਿਆ 10-12 ਮੁੰਡਿਆਂ ਦਾ, ਅਸੀਂ ਪਿੰਡ ਵਾਲਿਆਂ ਨੇ ਖੁਦ ਸਫਾਈ ਕੀਤੀ ਹੈ। ਇਹ ਪਹੁੰਚਦੀ ਨਹੀਂ। ਇਹਨਾਂ ਨੂੰ ਬਾਰ-ਬਾਰ ਕਹਿਣ ਦੇ ਬਾਵਜੂਦ ਵੀ ਕਿ ਤੁਸੀਂ ਸਾਡੇ ਪਿੰਡ ਦੀ ਸਫਾਈ ਕਰੋ ਕਿਉਂ ਅਸੀਂ ਸ਼ਹਿਰੀ ਜਾਂ ਸਾਨੂੰ ਲੋਕਾਂ ਨੇ ਚੁਣਿਆ ਹੀ MC ਬਣੇ ਆ, ਤਾਂ ਤੁਸੀਂ ਸਫਾਈ ਤਾਂ ਕਰੋ ਨਾ ਕਮ ਸੇ ਕਮ। ਤੁਸੀਂ ਸਰਕਾਰ ਕੋਲ ਤਨਖਾਹ ਕਿੰਨੇ ਟਾਈਮ ਤੋਂ ਨਹੀਂ ਸਫਾਈ ਕਰ ਰਹੇ? ਨਹੀਂ ਸਰ, ਜਾਂਦੀ ਨਹੀਂ, ਕਦੇ ਵੀ ਨਹੀਂ? ਨਾ ਜੀ ਸਰ, ਜਾਂਦੀ ਨਹੀਂ। ਇੱਥੇ ਹਾਜ਼ਰੀਆਂ ਲੱਗਦੀਆਂ? ਬਿਲਕੁਲ ਜੀ, ਹਾਜ਼ਰੀਆਂ ਇਹਨਾਂ ਦੀਆਂ ਲੱਗਦੀਆਂ ਨੇ ਬਸ। ਹਾਜ਼ਰੀ ਦੇਖੋ ਸਰ, ਮੇਰੇ ਕੋਲ ਪ੍ਰੂਫ ਵੀ ਹੈ ਜੋ ਕਿ 12 ਨੰਬਰ ਵਾਰਡ ਦੇ ਵਿੱਚ ਇਸ ਮੁੰਡੇ ਦੀ ਡਿਊਟੀ ਲੱਗੀ ਹੈ। ਇਹ ਪਹੁੰਚਦਾ ਹੀ ਨਹੀਂ। ਸੁੱਟੜ ਬੁੱਟੜ ਸਾਰੇ। ਸਰਬਜੀਤ ਸਿੰਘ, ਦੇਖੋ ਜੀ, ਮੇਰੇ ਕੋਲ 3 ਪਿੰਡ ਹੈ, ਢਾਣੀ, ਭਲੇਰੀਆਂ ਵਾਲੀ, ਸੇਠਾਂ ਵਾਲਾ ਤੇ ਜੱਲੋ ਕੇ ਰੋਡ। ਪਹੁੰਚਦਾ ਹੀ ਨਹੀਂ। ਇਹ ਕਿੱਥੇ ਹੁੰਦਾ? ਇਹ ਤੁਸੀਂ ਵੈਸੇ ਉਹਨੂੰ ਦੇਖਿਆ ਕਦੇ ਬੰਦਾ? ਹਾਂਜੀ ਸਰ, ਦੇਖਿਆ ਹੈ ਮੁੰਡਾ, ਬਾਕੀ ਜੇ ਪਹੁੰਚੇ ਤਾਂ ਫੇਰ ਹੀ ਹੈ। ਝਾੜੂ ਫੜਨ ਦੇ ਤਾਂ ਰਾਜ ਹੀ ਨਹੀਂ। ਬੜੀ ਜਲਦੀ ਨਾ ਫੋਮ ਤਾਂ ਬੜੀ ਜਲਦੀ ਭਰ ਦਿੱਤੇ। ਸੂਟੜ ਬੂਟੜ ਜਾਨੀ ਕਿ ਪੜ੍ਹੇ ਲਿਖੇ ਜ਼ਿਆਦਾ ਨੇ, ਹਾਂਜੀ ਪਰ ਜੁਆਇਨਿੰਗ ਇਹਨਾਂ ਦੀ ਸਫਾਈ ਕਰਮਚਾਰੀ ਚ ਹੋਈ ਆ। ਹਾਂਜੀ ਸਰ, ਸ਼ਰਮ ਤਾਂ ਨਹੀਂ ਕਰਦੇ ਹੋਣਗੇ ਕਿਤੇ ਕੰਮ? ਮੇਰੇ ਸਾਥ ਇਹੀ ਲੱਗਦਾ ਹੈ। ਫਿਰ ਜਿਹੜੇ ਲੋਕ ਵਾਂਝੇ ਨੇ, ਫਿਰ ਸਰਕਾਰ ਉਹਨਾਂ ਨੂੰ ਨੌਕਰੀਆਂ ਦੇਵੇ, ਫੋਮ ਭਰਨੀ ਨਾ। ਜੇ ਆਪਾਂ ਝਾੜੂ ਤੋਂ ਡਰਦੇ ਆ, ਫਿਰ ਫਾਇਦਾ ਹੀ ਨਹੀਂਗਾ ਫੋਮ ਭਰਨ ਦਾ। ਸਾਡੀ ਤਾਂ ਇਹੀ ਬੇਨਤੀ ਹੈ। ਹਾਂਜੀ ਸਰ। ਅਟੈਂਡੈਂਸ ਦਾ ਕੀ ਕਹਿ ਰਹੇ ਸੀ ਤੁਸੀਂ? ਅਟੈਂਡੈਂਸ ਇਹ ਹੈ ਜੀ, ਸਵੇਰੇ ਅੱਜ 6 ਵਜੇ ਅਸੀਂ ਆ ਕੇ ਇੱਥੇ ਚੈੱਕ ਕੀਤਾ, ਅਟੈਂਡੈਂਸ ਲਾਈ ਹੈ। ਅਟੈਂਡੈਂਸ ਦੇ ਵਿੱਚ ਬੰਦੇ ਜਿਹੜੇ ਹਾਜ਼ਰ ਨਹੀਂ ਸੀਗੇ ਉਹਨਾਂ ਦੀ ਐਬਸੈਂਟ ਲੱਗੀ ਹੈ। ਇਹ ਲਾ ਕੇ ਰਾਜੀ ਨਹੀਂ ਸੀ, ਪਰ ਅਸੀਂ ਮੌਕੇ ਤੇ ਆਏ ਕਰਕੇ, ਪਾਰਟੀ ਦੇ ਨੁਮਾਇੰਦੇ ਹੋਣ ਦਾ ਕਰਕੇ ਅਸੀਂ ਇੱਥੇ ਆਏ ਸੀ ਚੈੱਕ ਕਰਨ ਵਾਸਤੇ। ਮੈਂ ਆ ਕੇ ਦੇਖਿਆ ਤਾਂ ਮੇਰੇ ਨਾਲ MC ਵੀ ਸੀਗੇ। ਇਹਨਾਂ ਨੇ ਉੱਥੇ ਖਾਲੀ ਕਾਲਮ ਜਿਹੜੇ ਸੀਗੇ ਉਹ ਛੱਡੇ ਹੋਏ ਸੀ। ਉਸ ਤੋਂ ਬਾਅਦ 2 ਵਜੇ ਫਿਰ ਹਾਜ਼ਰੀ ਲੱਗਣੀ ਹੈ। ਉਹ ਖਾਲੀ ਕਾਲਮ ਦੇ ਵਿੱਚ 2 ਵਜੇ ਆ ਕੇ ਤਾਂ ਉਹ ਜਿਹੜੀ ਐਬਸੈਂਟ ਨੂੰ ਜਾਂ ਖਾਲੀ ਕਾਲਮ ਨੂੰ ਇਹ ਪ੍ਰੈਜ਼ੈਂਟ ਦੇ ਵਿੱਚ ਬਦਲਣਗੇ। ਇਸ ਕਰਕੇ ਉਹ ਪ੍ਰੂਫ ਜਿਹੜਾ ਸੀ ਅਸੀਂ ਇਹ ਰੱਖਿਆ ਹੋਇਆ ਵੀ ਜੇਕਰ ਇਹ ਬਦਲਦੇ ਨੇ ਤਾਂ ਇਹ ਚੋਰ ਨੇ। ਹੁਣ ਹਾਜ਼ਰੀ ਲੱਗਦੀ ਹੈ। ਬਾਕੀ ਦੂਸਰੀ ਗੱਲ ਇਹ ਆ ਵੀ ਇਹ ਬੰਦੇ ਜਿਹੜੇ ਨੇ ਰੱਖੇ ਗਏ ਨੇ, ਇਹ ਗਲਤ ਤਰੀਕੇ ਦੇ ਨਾਲ ਜਿਹੜੇ ਬੰਦੇ ਰੱਖੇ ਗਏ ਨੇ। ਅਸੀਂ ਇਹ ਵੀ ਇੱਥੇ ਮੰਗ ਕਰਦੇ ਹਾਂ ਵੀ ਜਿਹੜੇ ਬੰਦੇ ਅੱਜ ਇੰਟਰਵਿਊ ਸੀ, ਅੱਜ ਕੈਂਸਲ ਹੋਈ ਹੈ। ਇੰਟਰਵਿਊ ਦੇ ਵਿੱਚ ਜਿਹੜੇ ਬੰਦੇ ਹੁਣ ਰੱਖਣੇ ਨੇ ਉਹ ਬੰਦੇ ਲੋਕਲ ਜਿਹੜੇ ਨੇ, ਮਮਦੋਟ ਨਗਰ ਪੰਚਾਇਤ ਅਧੀਨ ਜਿਹੜਾ ਏਰੀਆ ਆਉਂਦਾ ਉੱਥੋਂ ਦੇ ਬੰਦੇ ਜਿਹੜੇ ਨੇ ਰੱਖੇ ਜਾਣ। ਪਾਸੇ ਦੇ ਜਿਹੜੇ ਬੰਦੇ ਉਹ ਨਾ ਰੱਖੇ ਜਾਣ। ਇਹ ਸਾਡੀਆਂ ਮੰਗਾਂ ਨੇ। ਮੈਂ ਸਰਕਾਰ ਤੋਂ ਤਾਂ ਜਿਹੜਾ ਲੋਕਲ ਬੋਡੀ ਮਿਨਿਸਟਰ ਜਿਹੜੇ ਨੇ ਇੰਦਰਬੀਰ ਸਿੰਘ ਨਿੱਜਰ, ਉਹਨਾਂ ਤੋਂ ਮੰਗ ਕਰਦਾ ਕਿ ਇਹ ਕਮੇਟੀ ਦੀ ਪਿਛਲੇ ਜਿੰਨੇ ਸਮੇਂ ਤੋਂ ਇਹ ਕਮੇਟੀ ਹੋਂਦ ਚਾਹੀ ਹੈ, ਇਹਦੀ ਜਾਂਚ ਕਰਵਾਈ ਜਾਵੇ। ਇਹਦੇ ਫੰਡ ਕਿੰਨੇ ਆਏ ਨੇ, ਇਹਦੇ ਫੰਡ ਕਿੱਥੇ ਲੱਗੇ ਨੇ, ਕੀ ਇਹਦੇ 'ਚ ਘਪਲੇ ਹੋਏ ਨੇ, ਇਹਦੀ ਜਿਹੜੀ ਇਹ ਜਾਂਚ ਜਿਹੜੀ ਸ਼ੁਰੂ ਤੋਂ ਲੈ ਕੇ ਅੱਜ ਤੱਕ ਉਹ ਕਰਵਾਈ ਜਾਵੇ। ਤਾਂ MLA ਸਾਹਿਬ ਤੋਂ, ਸਥਾਨਕ ਜਿਹੜਾ ਸਾਡਾ ਲੋਕਲ ਹਲਕਾ ਫਿਰੋਜ਼ਪੁਰ ਦਿਹਾਤੀ ਦੇ MLA ਨੇ, ਅਸੀਂ ਉਹਨਾਂ ਤੋਂ ਵੀ ਮੰਗ ਕਰਦੇ ਹਾਂ ਕਿ ਜੋ ਵੀ ਇਸ ਨਗਰ ਪੰਚਾਇਤ ਦੇ ਵਿੱਚ ਘਪਲੇ ਜਾਂ ਕੁਝ ਜਿਹੜੀਆਂ ਚੱਲ ਰਹੀਆਂ ਨੇ ਬੇਨਿਯਮੀਆਂ, ਇਹਨਾਂ ਨੇ ਬੇਨਿਯਮੀਆਂ ਨੂੰ ਵੀ ਜਿਹੜਾ ਆ ਉਹ ਆਪਦੇ ਧਿਆਨ 'ਚ ਲਿਆ ਕੇ ਤੇ ਉਹਨਾਂ ਤੇ ਧਿਆਨ ਕਰਕੇ ਤੇ ਇਹਦਾ ਹੱਲ ਕਰਵਾਇਆ ਜਾਵੇ। ਵਾਰਡ ਨੰਬਰ 13 ਤੋਂ ਬਾਜ ਸਿੰਘ MC ਮੌਜੂਦਾ। ਸਰ ਸਾਡੇ ਨਾ ਮਤਲਬ ਵੀ ਸਾਨੂੰ ਤਾਂ ਪਤਾ ਹੀ ਨਹੀਂ ਵੀ ਕਿਹੜਾ ਸਾਡੇ ਵਾਰਡ 'ਚ ਨਾ ਲਾਇਆ ਸਫਾਈ ਕਰਮਚਾਰੀ, ਨਾ ਹੀ ਕਦੇ ਪਹੁੰਚਿਆ ਤੇ ਨਾ ਹੀ ਕਦੇ ਦੇਖਿਆ ਉਹਨੂੰ। ਤੁਹਾਨੂੰ ਇਸ ਗੱਲ ਦਾ ਪਤਾ ਹੋਏਗਾ ਕਿ 9000 ਦੇ ਆਸ-ਪਾਸ ਇੱਕ ਸਫਾਈ ਕਰਮਚਾਰੀ ਦੀ ਤਨਖਾਹ, ਯਾਨੀ ਕਿ ਇਹ 2 ਵੀ ਇੱਕ ਵਾਰਡ ਦੇ ਵਿੱਚ ਆਉਂਦੇ ਆ ਤਾਂ 18000 ਰੁਪਇਆ ਇੱਕ ਮਹੀਨੇ ਦਾ ਸਫਾਈ ਕਰਮਚਾਰੀਆਂ ਨੂੰ ਦਿੱਤਾ ਜਾਂਦਾ ਤੁਹਾਡੀ ਵਾਰਡ ਨੂੰ ਸਾਫ਼ ਕਰਾਉਣ ਲਈ। ਕੀ ਵਾਰਡ ਸਾਫ਼ ਹੋ ਰਹੀ ਆ? ਨਹੀਂ ਜੀ, ਬਿਲਕੁਲ ਨਹੀਂ ਹੋ ਰਹੀ ਜੀ। ਸਾਡੇ ਪਿੰਡ ਸਾਹਣ ਕੇ ਮਮਦੋਟ ਠਾੜ ਨੂੰ ਜਾ ਕੇ ਵੇਖਿਆ ਜਾਵੇ, ਵੇਖੋ ਨਾਲੀਆਂ 'ਚ ਗੋਡੇ ਗੰਦ। ਕਿਉਂਕਿ ਜਦੋਂ ਆਪਾਂ ਸਫਾਈ ਕਰਮਚਾਰੀ ਦੀ ਪੋਸਟ ਭਰਦੇ ਆ ਨਾ, ਫਿਰ ਆਪਾਂ ਨੂੰ ਕਦੇ ਵੀ ਗਰੇਜ਼ ਨਹੀਂ ਕਰਨਾ ਚਾਹੀਦਾ ਸਫਾਈ ਕਰਨ ਤੋਂ।
ਝਾੜੂ ਤਾਂ ਫਿਰ ਚੱਕਣਾ ਹੀ ਪਊਗਾ। ਜੇਕਰ ਆਪਾਂ 9,500 ਰੁਪਏ ਸਰਕਾਰ ਕੋਲ ਰੋਜ਼ ਦਾ ਤਕਰੀਬਨ 325 ਰੁਪਏ ਲੈ ਰਹੇ ਹਾਂ ਤਾਂ ਫਿਰ ਆਪਣੀ ਇਹੀ ਪਰਸਨੈਲਿਟੀ ਬਣਦੀ ਆ ਵੀ ਆਪਾਂ ਉੱਥੇ ਸਫਾਈ ਕਰੀਏ। ਖਾਲੀ ਸਫਾਈਆਂ ਗੋਡੇ ਗਾਰਾ ਸਾਡੇ ਪਿੰਡ ਦੀਆਂ ਖਾਲੀਆਂ ਦੇ ਵਿੱਚ ਜਾ ਕੇ ਵੇਖੋ, ਬਹੁਤ ਜ਼ਿਆਦਾ ਖਰਾਬੀ ਹੈ ਜੀ। ਬਿਲਕੁਲ ਸੂਟ ਬੂਟ ਪਾ ਕੇ ਟੌਰ ਕੱਢ ਕੇ ਬੈਠੇ, ਉਹਨਾਂ ਨੂੰ ਸਫਾਈ ਕਰਨ ਦੀ ਕੀ ਲੋੜ ਆ ਜੀ। 9,500 ਰੁਪਏ ਕੁਰਸੀ ਤੇ ਬੈਠੇ ਨੂੰ ਮਿਲਦਾ, ਉਹਨਾਂ ਨੂੰ ਲੋੜ ਹੀ ਨਹੀਂ ਸਫਾਈ ਕਰਨ ਦੀ, ਕਿਉਂਕਿ ਜਿਹੜੇ ਉਹਨਾਂ ਦੇ ਆਕਾ ਆ, ਉਹਨਾਂ ਦੇ ਸਿਰ ਤੇ ਬੈਠਾ, ਉਹਨਾਂ ਦਾ ਹੱਥ ਆ, ਕੋਈ ਪਰਵਾਹ ਹੀ ਨਹੀਂ ਕਰਦਾ ਕਿਸੇ ਦੀ। ਅੱਜ ਅਸੀਂ ਅੰਦਰੋਂ ਪੁੱਛਿਆ, ਉਹ ਕਹਿੰਦੇ ਵੀ ਅੱਜ ਪ੍ਰੈਜ਼ੈਂਟ ਨਹੀਂ ਹੈਗੇ, ਉਹਨਾਂ ਦੀ ਐਬਸੈਂਟ ਲੱਗੀ ਹੋਈ ਆ ਰਜਿਸਟਰ ਦੇ ਉੱਪਰ। ਪਰ ਕੀ ਲੱਗਦਾ ਕਿ ਉਹ ਜਿਹੜੇ ਕਰਮਚਾਰੀ ਉਹ ਇੱਥੇ ਮੌਜੂਦ ਹੈਗੇ ਅੱਜ ਐਬਸੈਂਟ ਤੋਂ ਬਾਅਦ? ਮੌਜੂਦ ਹੈਗੇ ਆ ਜੀ, ਹੈਗੇ ਆ, ਬਿਲਕੁਲ ਬੈਠੇ ਆ, ਕੁਰਸੀਆਂ ਤੇ ਬੈਠੇ ਆ, ਬਿਲਕੁਲ ਬੈਠੇ ਆ। ਇਹਦੇ ਅਟੈਂਡੈਂਸ ਜਿਹੜੀ ਹੈ ਅਸੀਂ ਦੇਖੀ, ਸਾਨੂੰ ਦਿਖਾਈ ਗਈ ਇੱਥੋਂ ਦੇ ਅਧਿਕਾਰੀਆਂ ਵੱਲੋਂ ਕਿ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਬੰਦੇ ਅੱਜ ਆਏ ਨਹੀਂ, ਪਰ ਉਹ ਬੰਦੇ ਅੰਦਰ ਬੈਠੇ ਆ। ਤੁਸੀਂ ਕਿਹਾ ਜੋ ਬੈਠੇ ਆ, ਤਾਂ ਕੀ ਲੱਗਦਾ ਕਿ ਜਿਹੜੀ ਅਟੈਂਡੈਂਸ ਆ ਉਹ ਫਿਰ ਸ਼ਾਮ ਦੇ ਸਮੇਂ ਲਾਈ ਜਾਂਦੀ ਹੋਊਗੀ ਜਦੋਂ ਛੁੱਟੀ? ਬਿਲਕੁਲ ਜੀ, ਬਿਲਕੁਲ ਜੀ, ਬਿਲਕੁਲ। ਇਹਦਾ ਸ਼ਾਮ ਦੀ ਜਦੋਂ ਸ਼ਾਮ ਨੂੰ ਵੇਖਦੇ ਆ ਵੀ ਕੋਈ MC ਜਾਂ ਵਗੈਰਾ ਕੋਈ ਮੋਦਬਾਰ ਬੰਦੇ ਨਹੀਂ ਹੈਗੇ, ਸ਼ਾਮ ਨੂੰ ਲਓ ਜੀ ਲਾਤੀ ਪ੍ਰੈਜ਼ੈਂਟ ਕਰਤਾ ਉਹਨਾਂ ਨੂੰ, ਕਿਉਂਕਿ ਕਾਲਮ ਖਾਲੀ ਰੱਖਿਆ ਹੁੰਦਾ ਨਾ, ਐਬਸੈਂਟ ਨਹੀਂ ਨਾ ਭਰੀ ਜਾਂਦੀ ਕਾਲਮ। ਜੇਕਰ ਅਗਰ ਐਬਸੈਂਟ ਜਾਂ ਮਤਲਬ ਵੀ ਹੁਣ ਤੁਹਾਡੇ ਸਾਹਮਣੇ ਪ੍ਰੂਫ ਹੀ ਹੈ ਜੀ, ਆਹ ਵੇਖੋ ਜੀ ਕਾਲਮ ਖਾਲੀ ਛੱਡਿਆ ਪਿਆ ਸਾਹਮਣੇ ਤੁਹਾਡੇ, ਕਾਲਮ ਖਾਲੀ ਆ। ਤੇ ਜੇ ਹੁਣ ਦੇਖੋ ਜੀ, ਜਦੋਂ ਅੱਜ ਤੁਸੀਂ ਆ ਗਏ, ਅੱਜ ਵੇਖੋ ਐਬਸੈਂਟ ਲਾ ਦੇਣ ਤਾਂ ਲਾ ਦੇਣ, ਨਹੀਂ ਤਾਂ ਪ੍ਰੈਜ਼ੈਂਟ ਹੀ ਲਾਇਆ ਜਾਂਦਾ ਇਹਨਾਂ ਬੰਦਿਆਂ ਨੂੰ। ਹਾਂ ਬਿਲਕੁਲ, ਹਾਜ਼ਰੀ ਮੁਤਾਬਕ ਦੱਸੋ। ਇਹ ਇੱਕ ਹੋਰ ਤੁਹਾਨੂੰ ਦੱਸਦਾ, ਇਹ ਸਿਰਫ ਹਾਜ਼ਰੀ 3 ਦਿਨ ਦੀ ਆ। ਇਸ ਤੇ ਹੋਰ ਨੋਟ ਕਰਨ ਵਾਲੀ ਗੱਲ ਆ ਸਾਡੇ, ਕਿਉਂਕਿ ਇੱਕ ਨਾ ਨਵਾਂ ਅਫਸਰ ਇੰਸਪੈਕਟਰ ਜੀ ਆਏ ਆ, ਉਹ ਬਹੁਤ ਵਧੀਆ ਬੰਦੇ ਆ। ਉਹਨਾਂ ਨੇ 3 ਦਿਨ ਲੱਗਿਆ, ਰਜਿਸਟਰ ਲੱਗਿਆ ਸਾਡੀ ਹਾਜ਼ਰੀ ਲੱਗਣ ਨੂੰ। ਅੱਜ ਜਿਹੜਾ ਰੈਗੂਲਰ ਰਜਿਸਟਰ ਹੈ ਨਾ, ਜਿਹੜਾ ਇਹਨਾਂ ਦੇ ਕੋਲ ਮਤਲਬ ਵੀ ਉੱਥੇ ਹਾਜ਼ਰੀ ਲਾਈ ਜਾਂਦੇ ਸਫਾਈ ਕਰਮਚਾਰੀਆਂ ਕੋਲ, ਉਹ 3 ਦਿਨ ਹੋ ਗਿਆ ਹਾਜ਼ਰੀ ਰਜਿਸਟਰ ਲੱਗੇ ਨੂੰ। ਇਹ ਨਹੀਂ ਹੈ ਵੀ ਪੂਰਾ ਨਹੀਂ ਲਾਇਆ, ਮਤਲਬ ਵੀ ਇਹ ਨਹੀਂ ਪਿਛਲਾ ਕੋਈ ਵੀ ਮਤਲਬ ਪ੍ਰੂਫ ਨਹੀਂ ਹੈ। ਤਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਇਲਜ਼ਾਮ ਹੈਗੇ ਆ, ਤਾਂ ਇੰਟਰਵਿਊ ਚੱਲ ਰਿਹਾ, ਸਫਾਈ ਸੇਵਕ ਜਿਹੜੇ ਰੱਖਣੇ ਆ ਇੱਥੇ ਕੰਟਰੈਕਟ ਬੇਸ ਦੇ ਉੱਪਰ, ਉਹ ਇੱਥੇ ਮੌਜੂਦ ਆ। ਹਾਲਾਂਕਿ ਅੰਦਰ ਇੰਟਰਵਿਊ ਚੱਲ ਰਹੀ ਹੈ, ਪਰ ਗੱਲ ਕਰੀਏ, ਸਾਡੇ ਕੋਲ ਇੱਕ ਨੌਜਵਾਨ ਮੌਜੂਦ ਆ। ਕੀ ਨਾਮ ਆ, ਕਿਹੜਾ ਪਿੰਡ ਆ? ਸਰ ਮੇਰਾ ਨਾਮ ਗੁਰਪ੍ਰੀਤ ਸਿੰਘ ਸਿੱਧੂ, ਨਗਰ ਪੰਚਾਇਤ ਮਬਦੌੜ ਦਾ ਰਹਿਣ ਵਾਲਾ ਮੈਂ ਜੋ ਕਿ ਪਿਛਲੀ ਵਾਰ ਵੀ ਭਰਿਆ ਸੀ ਫਾਰਮ, ਉਦੋਂ ਮੇਰਾ ਇਹਨਾਂ ਨੇ ਇੰਟਰਵਿਊ ਦੇ ਵਿੱਚ ਉਦੋਂ ਕੈਂਸਲ ਕਰਤਾ, ਨਹੀਂ ਲਿਆ ਗਿਆ। ਇਹ ਉਸ ਤੋਂ ਬਾਅਦ ਦੂਜੀ ਵਾਰੀ ਇੰਟਰਵਿਊ ਲਈ ਗਈ, ਉਹਦੇ ਵਿੱਚ ਨਾਮ ਨਹੀਂ ਬੋਲਿਆ ਗਿਆ। ਉਸ ਤੋਂ ਬਾਅਦ ਤੀਸਰੀ ਵਾਰੀ ਐਤਕੀ ਕਹਿ ਰਹੇ ਸੀ ਪਹਿਲਾਂ ਕਿ 18 ਨੂੰ ਇੰਟਰਵਿਊ ਲਾਂਗੇ, ਫਿਰ ਅੱਜ ਕਹਿ ਰਹੇ ਨੇ ਅੱਜ ਵੀ ਕੈਂਸਲ ਕਰ ਰਹੇ ਨੇ। ਜਿਹੜੇ ਇਹਦੇ ਵਿੱਚ ਸਫਾਈ ਸੇਵਕ ਨਾਲ ਬੰਦੇ ਰੱਖੇ ਨੇ 33 ਕਹਿੰਦੇ ਰੱਖਣੇ ਸੀ, ਜਿਨ੍ਹਾਂ ਵਿੱਚੋਂ 22 ਵਿੱਚੋਂ ਅੱਧੇ ਮੁੰਡੇ ਅੰਦਰ ਕੰਮ ਕਰ ਰਹੇ ਨੇ। ਇੱਕ ਮੁੰਡਾ ਜਸਵਿੰਦਰ ਸਿੰਘ ਕੰਪਿਊਟਰ ਆਪਰੇਟਰ ਦਾ ਕੰਮ ਕਰ ਰਿਹਾ, ਬਾਹਰ ਸਫਾਈ ਕਰਨ ਨਹੀਂ ਜਾ ਰਿਹਾ। ਇੱਕ MC ਮੌਜੂਦਾ ਦਾ ਲੜਕਾ ਹੈ, ਉਹ ਕੰਪਿਊਟਰ ਆਪਰੇਟਰ ਦਾ ਕੰਮ ਕਰ ਰਿਹਾ, ਉਹਨੂੰ ਵੀ ਸਫਾਈ ਸੇਵਕਾਂ ਵਿੱਚ ਪਾਇਆ। ਇੱਕ ਲੜਕਾ ਹੋਰ ਕੋਈ ਕਿਸੇ ਦਾ ਕੇਸ ਚੱਲ ਰਿਹਾ, ਉਹ ਵੇਟਿੰਗ ਦੇ ਵਿੱਚ 2 ਬੰਦੇ ਪੈ ਰਹੇ ਨੇ। ਬਾਕੀ ਜਿਹੜੇ ਅੰਦਰ ਨੇ ਮੌਜੂਦਾ ਕੰਮ ਨਹੀਂ ਕਰਨ, ਬਾਹਰ ਜਾ ਰਹੇ, ਅੰਦਰ ਬੈਠੇ ਨੇ। ਜਿਹੜੇ ਪਹਿਲਾਂ ਸਫਾਈ ਸੇਵਕ ਕੰਮ ਕਰ ਰਹੇ ਸੀ ਬੰਦੇ, ਉਹਨਾਂ ਨੂੰ ਨਹੀਂ ਇਹਨਾਂ ਨੇ ਭਰਤੀ ਕੀਤਾ ਗਿਆ। ਜਾਂ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਭਰਤੀ ਕਰਨ। ਉਸ ਤੋਂ ਬਾਅਦ ਸਾਡੇ ਨਗਰ ਪੰਚਾਇਤ ਮਮਦੋੜ ਦੇ ਜਿਹੜੇ ਵਾਸੀ ਮੌਜੂਦਾ ਨੇ, ਇੱਥੋਂ ਦੇ ਬੰਦਿਆਂ ਨੂੰ ਪਹਿਲ, ਜਾਂ ਲੜਕੀਆਂ ਜਾਂ ਲੜਕੇ ਨੇ, ਇਹਨਾਂ ਨੂੰ ਪਹਿਲ ਦੇ ਆਧਾਰ ਤੇ ਰੱਖਣਾ ਚਾਹੀਦਾ। ਜਿਹੜੇ ਆਉਂਦੇ ਪੋਸਟਾਂ ਹੋ ਰਹੀਆਂ ਨੇ ਕੋਈ ਵੀ ਜਰਨਲ ਜਾਂ SC ਦੇ ਵਿੱਚ, ਜਦੋਂ ਜਰਨਲ SC ਦੇ ਵਿੱਚ ਨਹੀਂ ਭਰ ਸਕਦਾ, ਫਿਰ ਜਰਨਲ SC ਵਾਲੇ ਜਰਨਲ ਦੇ ਵਿੱਚ ਕਿਉਂ ਭਰਦੇ ਨੇ? ਉਹਨਾਂ ਦੇ ਜੇ ਸਹੂਲਤਾਂ SC ਦੇ ਵਿੱਚ ਲੈ ਰਹੇ ਨੇ, ਉਹਨਾਂ ਦੇ ਜਾਂ ਫਿਰ SC ਦੀਆਂ ਸਹੂਲਤਾਂ ਸਾਰੀਆਂ ਬੰਦ ਕਰਕੇ ਜਰਨਲ ਕੈਟਾਗਰੀ ਦਿੱਤੀ ਜਾਵੇ, ਜੋ ਸਾਡੇ ਦੇ ਅਪਲਾਈ ਕਰ ਰਹੇ ਨੇ। ਇੱਕ ਮੁੰਡਾ ਰਾਜਕੁਮਾਰ ਕੁੰਡਿਆਂ ਤੋਂ, ਉਹ ਸੁੱਚਾ ਸਿੰਘ ਦਾ ਕਮੇਟੀ ਕਲਰਕ ਹੈਗਾ ਇੱਥੇ, ਉਹਦਾ ਕੰਮ ਕਰ ਰਿਹਾ ਘਰੇ ਹੀ, ਸਫਾਈ ਸੇਵਕ ਦਾ ਉਹ ਕੰਮ ਕਰ ਰਿਹਾ, ਉਹਨੂੰ ਵੀ ਰੱਖਿਆ SC ਦੇ ਹੋਣ ਦੇ ਬਾਅਦ। ਸੁੱਚਾ ਸਿੰਘ ਇੱਥੇ ਕਿਹੜੀ ਪੋਸਟ ਤੇ? ਉਹ ਇੱਥੇ ਕਲਰਕ ਨੇ ਮੌਜੂਦਾ, ਉਹ ਸਾਰਾ ਕਰਤਾ ਧਰਤਾ ਜੋ ਵੀ ਨਗਰ ਪੰਚਾਇਤ। ਉਹਨਾਂ ਦੇ ਘਰ ਮੁੰਡਾ ਇੱਕ ਕੰਮ ਕਰਦਾ, ਕੀ ਨਾਮ ਉਹਦਾ? ਰਾਜੂ ਇੱਥੇ ਵੀ ਕੰਮ ਕਰ ਰਿਹਾ, ਉਹਦੇ ਜਦੋਂ ਹੈਗਾ ਉਹ ਸਫਾਈ ਸੇਵਕ। ਸਫਾਈ ਸੇਵਕ ਹੈਗਾ, ਉਹਦੇ ਘਰੇ ਵੀ ਕਰਦਾ, ਇੱਥੇ ਵੀ ਕਰ। ਉਹਨਾਂ ਦੀ ਵਾਈਫ ਨੂੰ ਵੀ ਰੱਖ ਲਿਆ। ਵਾੜਾਂ ਦੇ ਵਿੱਚ ਸਫਾਈ ਕਰਨ ਨਹੀਂ ਜਾਂਦਾ? ਨਹੀਂ ਜਾਂਦਾ, ਉਹ ਜਾਂਦਾ, ਉਹ ਬੰਦਿਆਂ ਨੂੰ ਕਰਾਉਂਦਾ ਕੰਮ ਦੂਜਿਆਂ ਤੋਂ। ਉਹਨੇ ਵੀ ਗਾਂ ਬੰਦੇ ਰੱਖੇ ਆ? ਉਹਨੇ ਵੀ ਗਾਂ ਬੰਦੇ ਨੂੰ ਆਪ ਕਰਾਉਂਦਾ, ਉੱਤੇ ਦੇ ਵਿੱਚ ਸਫਾਈ ਸੇਵਕ ਇੱਥੇ ਠੇਕੇ ਦੇ ਵੀ ਅੱਗੇ ਕੰਮ ਹੁੰਦਾ, ਸਾਰਾ ਉਹੀ ਕਰਵਾਉਂਦਾ ਸੀ। ਹੁਣ ਵੀ ਇਸ ਤੋਂ ਬਾਅਦ ਜਿਹੜਾ ਉਹ ਕੁੰਡਿਆਂ ਦਾ ਰਹਿਣ ਵਾਲਾ ਹੈ, ਉਹਦੇ ਜਿਹੜੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਪੈਸੇ ਆਏ ਸੀ, ਉਹ ਉੱਥੋਂ ਦਾ ਰੈਸ਼ੀ ਸੀ, ਸਾਰਾ ਪ੍ਰੂਫ ਹੁੰਦੇ ਉੱਥੋਂ ਦੇ ਸੀ। ਕਮਰਿਆਂ ਦੇ ਪੈਸੇ ਵੀ ਉਹਨੇ ਇੱਥੋਂ ਪਵਾਏ ਨੇ ਨਗਰ ਪੰਚਾਇਤ ਮਮਦੋੜ ਦੇ ਵਿੱਚ। ਜੋ ਕਿ ਇੱਕ ਮੇਰਾ ਚਾਚੇ ਦਾ ਲੜਕਾ ਮਨਪ੍ਰੀਤ, ਉਹਦੇ ਵੀ ਇਹਨਾਂ ਤਿੰਨਾਂ ਨੇ ਇੱਕੋ ਥਾਂ ਰਜਿਸਟਰੀ ਲੈ ਕੇ 10 ਮਰਲੇ ਜਗ੍ਹਾ ਸੁੱਚਾ ਸਿੰਘ ਨੇ ਇਕੱਠੀ ਕਰਾ ਕੇ ਉਹ ਇੱਕੋ ਹੀ ਕੋਠੀ ਤਿਆਰ ਕਰਕੇ ਉਹਦੇ ਵਿੱਚ ਤਿੰਨਾਂ ਦੇ ਪੈਸੇ 2 ਦੇ ਦਵਾਏ ਨੇ। ਜਿਹਨੇ ਕਿਸ਼ਤਾਂ ਅੱਧੇ ਸੁੱਚਾ ਸਿੰਘ ਨੇ ਪੈਸੇ ਰੱਖੇ ਨੇ, ਅੱਧੇ ਉਹਨਾਂ ਨੂੰ ਦਿੱਤੇ ਨੇ। ਜੋ ਵੀ ਸਫਾਈ ਸੇਵਕ ਅੱਗੇ ਵੀ ਰੱਖੇ ਨੇ, ਸਾਰੇ ਪੈਸੇ ਲੈ ਕੇ ਰੱਖੇ ਨੇ ਇਹਨਾਂ ਨੇ। ਤੁਹਾਡੀ ਕੁਆਲੀਫਿਕੇਸ਼ਨ ਕੀ ਹੈਗੀ? ਮੇਰਾ ਡਿਪਲੋਮਾ ਸਿਵਲ ਇੰਜੀਨੀਅਰਿੰਗ ਦਾ, ਬੀਟੈਕ ਮੇਰਾ। ਬਾਹਰ ਕਿਉਂ ਕੱਢਿਆ ਗਿਆ? ਅੱਜ ਇਹ ਕਰ ਇੰਟਰਵਿਊ ਨਹੀਂ ਹੈਗੀ, ਅੱਜ ਇੰਟਰਵਿਊ ਨਹੀਂ ਹੈਗੀ, ਕੈਂਸਲ ਇੰਟਰਵਿਊ ਕਰ ਦਿੱਤੀ ਗਈ। ਲੋਕ ਤਾਂ ਖੜੇ ਆ ਇੰਟਰਵਿਊ ਦੇਣ। ਸਾਰੇ ਬਹੁਤ ਜ਼ਿਆਦਾ ਆਏ ਨੇ, ਸਾਰੇ ਹਰ ਵਾਰੀ ਐਵੇਂ ਕਰਦੇ ਨੇ, 3-4 ਵਾਰੀ ਐਵੇਂ ਕੈਂਸਲ ਕਰ। ਕਾਰਨ ਇਹਦਾ ਕੀ ਕਾਰਨ, ਕਿਉਂ ਕੈਂਸਲ ਕੀਤੀ? ਪਰਾਂ ਨੇ ਐਵੇਂ ਬਣਾ ਲੈਂਦੇ ਨੇ ਕਾਰਨ ਕੋਈ ਨਾ ਕੋਈ। ਜਦੋਂ ਇਹਨਾਂ ਦੇ ਬੰਦੇ ਆਪਦੇ ਨਾਲ ਰੱਖਣੇ ਤੇ ਇਸ ਤਰ੍ਹਾਂ ਖੱਜਲ ਖਵਾਰੀ ਕਰਦੇ ਨੇ। 18 ਤਰੀਕ ਨੂੰ ਪਹਿਲਾਂ ਕਹਿ ਰਹੇ ਸੀ, ਪਹਿਲਾਂ 12 ਨੂੰ
ਫਿਰ ਇਹ ਇਸ ਤਰ੍ਹਾਂ ਕਰਕੇ ਬਸ ਇਹਨਾਂ ਨੇ ਖਰਾਬ ਕਰ ਰਹੇ ਨੇ। ਆਪੇ ਕੋਈ ਆਵੇਗਾ ਨਾ ਜਿਹੜੇ ਨਾਲ ਆਪਦੀ ਮਰਜ਼ੀ ਦੇ ਬੰਦੇ ਰੱਖਣੇ ਨੂੰ ਰੱਖ ਲੈਣਗੇ। ਇਹਨਾਂ ਰੋਜ਼ ਤਾਂ ਕੋਈ ਵਿਹਲਾ ਨਹੀਂ, ਕੋਈ ਬੰਦਾ ਦਿਹਾੜੀ ਦਾ, ਸਾਰੇ ਜਿੰਨੇ ਵੀ ਆਏ ਖੜੇ ਨੇ ਕੋਈ ਦਿਹਾੜੀ ਛੱਡ ਕੇ ਆਉਂਦੇ ਨੇ, ਕੋਈ ਕਿਵੇਂ ਆਉਂਦੇ ਨੇ। ਰੋਜ਼ ਦਿਹਾੜੀ ਅਗਲਾ ਕਹਿੰਦਾ ਨਹੀਂ ਕੰਮ ਮਿਲਦਾ ਤੇ ਚਲੋ ਰਹਿਣ ਦੇਈਏ ਆਪਾਂ। ਜਿਹੜੀ ਤੁਸੀਂ ਇੱਕ ਚੀਜ਼ ਹੋਰ ਕਹਿ ਰਹੇ ਹੋ ਕਿ ਜਿਹੜੇ ਸਫਾਈ ਕਰਮਚਾਰੀ ਇਹਨਾਂ ਨੇ ਰੱਖੇ ਆ, ਉਹ ਸਫਾਈ ਕਰਮਚਾਰੀ ਤੁਸੀਂ ਕਿਹਾ ਵੀ ਅੰਦਰ ਇੱਥੇ ਜਿਹੜਾ ਦਫ਼ਤਰ ਆਏ ਉੱਥੇ ਅੰਦਰ ਕੰਮ ਕਰਦੇ, ਅੰਦਰ ਕੰਮ ਕਰ ਰਹੇ ਨੇ। ਤੁਸੀਂ ਦੇਖਿਆ? ਦੇਖੇ ਨੇ, ਹੁਣ ਮੌਜੂਦਾ ਵੀ ਇੱਥੇ ਅੰਦਰ ਹੀ ਨੇ। ਅੱਛਾ, ਅੰਦਰ ਨੇ, ਕੋਈ ਬਾਹਰ ਨਹੀਂ ਕੰਮ ਕਰਨ ਜਾ ਰਹੇ। ਇੱਕ ਲੜਕੀ ਰੱਖੀ ਪ੍ਰੈਗਨੈਂਟ ਹੈ, ਉਹਨੇ ਵੀ ਆਪਦੀ ਥਾਂ ਇੱਕ ਲੜਕਾ ਰੱਖਿਆ ਕੰਮ ਕਰਨ ਨੂੰ। ਜਦੋਂ ਪ੍ਰੈਗਨੈਂਟ ਪਹਿਲਾਂ ਹੀ ਜ਼ਰੂਰੀ ਹੈ ਤਾਂ ਉਹਨੂੰ ਉਹਦੀ ਇੰਟਰਵਿਊ ਕੈਂਸਲ ਕਰਨੀ ਚਾਹੀਦੀ ਸੀ। ਉਹ ਕੰਮ ਨਹੀਂ ਕਰ ਸਕਦੀ ਜੀ, ਮੈਡੀਕਲ ਫਿਟਨੈਸ ਨਹੀਂ ਉਹਨੂੰ ਦੇਣੀ ਚਾਹੀਦੀ ਸੀ। ਜਦੋਂ ਦਾ ਪ੍ਰੈਗਨੈਂਸੀ ਕਲੀਅਰ ਹੋ ਜਾਂਦੀ ਜਾਂ ਉਸ ਤੋਂ ਬਾਅਦ ਇੰਟਰਵਿਊ ਦੇ ਕੇ ਬਾਅਦ ਚ ਆ ਜਾਂਦੀ, ਇੱਕ ਸ਼ੀਟ ਉਹ ਖਰਾਬ ਕੀਤੀ ਗਈ। 2-3 ਇਹਨਾਂ ਨੇ ਅੰਦਰ ਕੀਤੀਆਂ, ਅੰਦਰ ਬੈਠੇ ਨੇ ਉਹ, ਬਾਹਰ ਉਹਨਾਂ ਦੀ ਥਾਂ ਦੇ ਹੋਰ ਬੰਦੇ ਉਹ ਕੰਮ ਕਰਨ ਨਹੀਂ ਜਾ ਰਹੇ। ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਨੌਜਵਾਨ ਇੱਥੋਂ ਦਾ ਲੋਕਲ ਆ, ਮਮਦੋੜ ਦਾ ਰਹਿਣ ਵਾਲਾ। ਇਹਨਾਂ ਦੇ ਵੱਲੋਂ ਇਲਜ਼ਾਮ ਲਾਏ ਗਏ ਆ ਕਿ ਜਿਹੜੇ ਕਲਰਕ ਨੇ ਇੱਥੇ ਅੰਦਰ ਬੈਠਦੇ ਸੁੱਚਾ ਸਿੰਘ, ਉਹਨਾਂ ਦੇ ਨਾਲ ਵੀ ਇੱਕ ਨੌਜਵਾਨ ਆ ਜਿਸ ਦੀ ਭਰਤੀ ਜਿਹੜੀ ਹੈਗੀ ਆ ਉਹ ਸਫਾਈ ਸੇਵਕ ਦੀ ਆ, ਪਰ ਉਹ ਅੰਦਰ ਬੈਠ ਕੇ ਕੰਮ ਕਰਦਾ। ਹੋਰ ਵੀ ਕਾਫੀ ਸਾਰੇ ਜਿਹੜੇ ਵਿਅਕਤੀ ਇਹਨਾਂ ਦੇ ਵੱਲੋਂ ਦੱਸੇ ਗਏ ਆ ਕਿ ਜਿਹੜੇ ਭਰਤੀ ਦਾ ਸਫਾਈ ਸੇਵਕ ਦੇ ਨਾਮ ਤੇ ਹੋਏ ਆ, ਪਰ ਉਹ ਜਿਹੜੇ ਆ ਅੰਦਰ ਕੰਮ ਕਰਦੇ ਆ। ਜਾਣੀ ਕਿ ਇਹ ਵੀ ਗੱਲ ਕਹੀ ਆ ਕਿ ਜਿਹੜੇ ਸਫਾਈ ਸੇਵਕ ਆ ਜਿਹੜੇ ਅੰਦਰ ਬੈਠੇ ਆ, ਉਹਨਾਂ ਨੇ ਅੱਗੇ ਬੰਦੇ ਰੱਖ ਕੇ ਉਹਨਾਂ ਤੋਂ ਸਫਾਈ ਜਿਹੜੀ ਕਰਵਾਈ ਜਾ ਰਹੀ ਆ। ਤਾਂ ਦਾਰੋ-ਮਦਾਰ ਤੁਸੀਂ ਖੁਦ ਦੇਖ ਸਕਦੇ ਹੋ ਕਿੰਨਾ ਵੱਡਾ ਇੱਥੇ ਚੱਲ ਰਿਹਾ। ਤੇ ਅੱਜ ਦੀ ਗੱਲ ਕਰੀਏ, ਤੁਸੀਂ ਇੱਧਰ ਨਜ਼ਰ ਮਾਰ ਸਕਦੇ ਹੋ ਤਾਂ ਬਹੁਤ ਸਾਰੇ ਜਿਹੜੇ ਲੋਕ ਆ ਇੱਥੇ ਇੰਟਰਵਿਊ ਦੇਣ ਦੇ ਲਈ ਆਏ ਆ। ਇੰਟਰਵਿਊ ਕਹਿ ਰਿਹਾ ਕਿ ਕੈਂਸਲ ਹੋ ਚੁੱਕੀ ਆ, ਇੰਟਰਵਿਊ ਕੈਂਸਲ ਕਰਤੀ ਆ। ਤਾਂ ਇਥੋਂ ਸਵਾਲਾਂ ਦੇ ਘੇਰੇ 'ਚ ਆ ਕਿ ਅਗਰ ਇਹਨਾਂ ਲੋਕਾਂ ਨੂੰ ਬੁਲਾਇਆ ਕਿਉਂ, ਅੱਜ ਦਾ ਸਮਾਂ ਦਿੱਤਾ ਕਿਉਂ, ਅਗਰ ਇੰਟਰਵਿਊ ਨੂੰ ਕੈਂਸਲ ਕਰਨਾ ਸੀ। ਪਰ ਸਵਾਲੀਆ ਚਿੰਨ੍ਹ ਖੜਾ ਹੁੰਦਾ। ਇਹਨਾਂ ਨੇ ਇੱਕ ਗੱਲ ਹੋਰ ਵੀ ਕਹੀ ਆ ਕਿ ਇੰਟਰਵਿਊ ਕੈਂਸਲ ਕਰਨ ਦਾ ਜਿਹੜਾ ਕਾਰਨ ਆ ਉਹ ਆ ਕਿ ਬਾਅਦ ਦੇ ਵਿੱਚ ਜਿਹੜੇ ਸਿਫਾਰਿਸ਼ਾਂ ਵਾਲੇ ਜਿਹੜੇ ਆ ਬੰਦੇ ਇੱਥੇ ਰੱਖੇ ਜਾਣ। ਤੁਸੀਂ ਵੀ ਇੰਟਰਵਿਊ ਦੇਣ ਦੇ ਲਈ ਆਏ? ਹਾਂਜੀ ਹਾਂਜੀ ਜੀ ਸਰ। ਇਹ ਤੁਸੀਂ ਆਪਦੀ ਹਾਂਜੀ ਆਪਦੀ ਸਫਾਈ ਦੇ ਲਈ ਹਾਂਜੀ। ਕਿੰਨੀ ਵਾਰੀ ਪਹਿਲਾਂ ਆਏ? ਇਹ ਪਹਿਲੀ ਵਾਰੀ ਆਏ ਤੇ ਆਦੇ ਕੈਂਸਲ ਹੋ ਗਈ ਜੀ। ਅੱਗੇ ਲੜਕਾ ਲੱਗਾ ਉਹਨੂੰ ਕੱਢ ਦਿੱਤਾ ਗਿਆ ਫਿਰ ਇਹਨੂੰ। ਹਾਂਜੀ ਉਹਨੇ ਕਹਿੰਦੇ ਠੇਕੇ ਦੀ ਕਮੇਟੀ ਹੈਗੀ ਹੈ ਤੇ ਉਹ ਆਪਦੀ ਤਨਖਾਹ ਨਾ ਤਾਂ ਮੈਂ ਕਿਹਾ ਤੁਸੀਂ ਬੈਂਕ ਖਾਤਾ ਵੀ ਤੁਹਾਨੂੰ ਦੇ ਦੇਣਾ। ਕਹਿੰਦੇ ਅਜੇ ਨਹੀਂ ਲੋੜ ਹੈਗੀ, ਬਾਅਦ 'ਚ ਤੁਹਾਨੂੰ ਦੱਸਾਂਗੇ। ਠੀਕ ਹੈ, ਬੱਚਾ ਮੇਰਾ 8-9 ਮਹੀਨੇ ਕੰਮ ਕੀਤਾ, ਨੌਜਵਾਨ ਬੱਚਾ, ਕੋਈ ਨਸ਼ਾ ਨਹੀਂ ਕਰ ਰਿਹਾ ਮੇਰਾ ਬੱਚਾ। ਸਾਰੇ ਪਿੰਡ ਦੇ ਐਮਸੀਆਂ ਨੂੰ ਪੁੱਛੋ ਸਫਾਈ ਪੂਰੀ ਕਰ ਰਿਹਾ ਕਿ ਨਹੀਂ ਕਰ ਰਿਹਾ। ਤੁਸੀਂ ਕਿੱਥੋਂ ਆਏ? ਫਾਜ਼ਿਲਕਾ ਤੋਂ। ਇਹ ਇਸ਼ਤਿਹਾਰ ਪੜਿਆ ਸੀ ਜਾਂ ਕਿੱਥੋਂ ਪਤਾ ਲੱਗਿਆ ਤੁਹਾਨੂੰ? ਨਿਊਜ਼ਪੇਪਰ ਤੋਂ ਪੜਿਆ ਸੀਗਾ। ਹਾਂਜੀ, ਕੀ ਗੱਲ ਹੋਈ? ਕਹਿੰਦੇ ਕਿ ਹੁਣ ਤਰੀਕ ਅੱਗੇ ਵੱਧ ਜੂਗੀ। ਹਾਂਜੀ, ਪਹਿਲਾਂ ਕਿੰਨੀ ਵਾਰੀ ਆਏ ਹੋ? ਬਸ ਹੁਣ ਹੀ ਆਏ। ਕੁਆਲੀਫਿਕੇਸ਼ਨ ਕੀ? +2। ਹਾਂਜੀ ਤੇ ਸਫਾਈ ਸੇਵਕ ਦੀ ਇੱਥੇ ਜਿਹੜੀ ਪੋਸਟ ਆ ਉਹ ਭਰਨ ਦੇ ਲਈ ਬੁਲਾਇਆ ਗਿਆ। ਤੁਸੀਂ ਸਫਾਈ ਸੇਵਕ ਦੀ ਪੋਸਟ ਭਰਨ ਲਈ ਹਾਂਜੀ ਸਫਾਈ ਕਰ ਲਓ। ਹਾਂਜੀ। ਸੁਣਨ ਚ ਆਇਆ ਵੀ ਇੱਥੇ ਜਿਹੜੇ ਸਫਾਈ ਸੇਵਕ ਇੱਥੇ ਲੱਗਦੇ ਆ, ਇੱਕ ਮਿੰਟ ਇੱਥੇ ਸਫਾਈ ਸੇਵਕ ਜਿਹੜੇ ਲੱਗਦੇ ਆ, ਸਾਨੂੰ ਇੱਥੋਂ ਅੰਦਰੋਂ ਅੱਜ ਹੀ ਪਤਾ ਲੱਗਿਆ, ਅਸੀਂ ਇੱਥੇ ਆਏ ਆ ਕਿ ਜਿਹੜਾ ਸਫਾਈ ਸੇਵਕ ਇੱਥੇ ਲੱਗਦਾ ਉਹ ਅੰਦਰ ਕੰਪਿਊਟਰਾਂ ਤੇ ਵੀ ਕੰਮ ਕਰਦੇ ਆ, ਅੰਦਰ ਵੀ ਬੈਠਦੇ ਆ। ਕਿ ਇਹ ਤਾਂ ਨਹੀਂ ਸੋਚ ਆਏ ਵੀ ਸਫਾਈ ਸੇਵਕ ਲੱਗ ਜਾਗੇ, ਬਾਅਦ ਚ ਕੋਈ ਸਿਫਾਰਿਸ਼ ਲਾ ਕੇ ਅੰਦਰ ਬਹਿ ਕੇ ਹੀ ਕੰਮ ਕਰਾਂਗੇ? ਨਹੀਂ ਸਰ ਜੀ, ਇਸ ਚੀਜ਼ ਬਾਰੇ ਨਹੀਂ ਆਪਾਂ ਨੂੰ ਪਤਾ ਸੀ ਕਿ ਇਸ ਤਰ੍ਹਾਂ ਵੀ ਉਹ ਚੱਲ ਰਿਹਾ। ਬਾਕੀ ਹੁਣ ਥੋੜਾ ਪਤਾ ਲੱਗ ਚੁੱਕਿਆ ਹੈ। ਇਸ ਤੋਂ ਪਹਿਲਾਂ ਵੀ ਜੋ ਇੰਟਰਵਿਊ ਗੁਰਪ੍ਰੀਤ ਸਿੰਘ ਨੇ ਦਿੱਤੀ ਹੈ ਉਹਦੇ ਤੋਂ ਉਸ ਤੋਂ ਪਹਿਲਾਂ ਮੈਨੂੰ ਪਤਾ ਲੱਗਾ ਹੈ ਕਿ ਜਿਹੜੇ ਸਫਾਈ ਸੇਵਕ ਸੀ ਅੱਜ ਉਹ ਅੰਦਰ ਕੰਪਿਊਟਰ ਦੇ ਕੰਮ ਕਰ ਰਹੇ ਨੇ। ਇਹ ਗਲਤ ਆ ਨਾ? ਇਹ ਬਿਲਕੁਲ ਗਲਤ ਹੈ ਜੀ, ਨਾਇਨਸਾਫੀ ਹੈ ਜੀ। ਉਹਨਾਂ ਨੂੰ ਜਿਹੜਾ ਕੰਮ ਲਈ ਉਹਨਾਂ ਨੂੰ ਚੁਣਿਆ ਗਿਆ ਉਹ ਕੰਮ ਕਿਉਂ ਨਹੀਂ ਦਿੱਤਾ ਜਾ ਰਿਹਾ? ਕਿਉਂ ਉਹਨਾਂ ਨੂੰ ਦੂਜੇ ਕੰਮ ਡਿਪਾਰਟਮੈਂਟ, ਅਸੀਂ ਇੰਨੇ ਪੜ੍ਹੇ ਲਿਖੇ ਹੋ ਕੇ ਅਸੀਂ ਉਹ ਡਿਪਾਰਟਮੈਂਟ ਤੇ ਵੀ ਜਾ ਸਕਨੇ ਆ। ਤੁਸੀਂ ਦੇਖੋ ਕਿ ਜਿਹੜੇ ਲੋਕ ਇੱਥੇ ਇੰਟਰਵਿਊ ਦੇਣ ਦੇ ਲਈ ਆਏ ਸੀ, ਕੋਈ ਫਾਜ਼ਿਲਕਾ ਤੋਂ ਆਇਆ, ਕੋਈ ਕਿਹੜੀ ਜਗ੍ਹਾ ਤੋਂ ਆਇਆ, ਕੋਈ ਕਿਹੜੀ ਜਗ੍ਹਾ ਤੋਂ, ਤਕਰੀਬਨ ਲੋਕਲ ਨੇ, ਪਰ ਇੰਟਰਵਿਊ ਨੂੰ ਕੈਂਸਲ ਕਰ ਦਿੱਤਾ ਗਿਆ। ਇਹ ਕਿਹਾ ਗਿਆ ਕਿ ਅਗਲੀ ਡੇਟ ਦੇਾਂਗੇ। ਹਾਲਾਂਕਿ ਸਾਰੇ ਮੁਲਾਜ਼ਮ ਸੁਣਨ ਚ ਆ ਰਿਹਾ ਕਿ ਇੱਥੇ ਮੌਜੂਦ ਸੀ, ਸਾਰੇ ਡਿਪਾਰਟਮੈਂਟਾਂ ਦੇ ਵੱਲੋਂ ਜਿਨ੍ਹਾਂ ਵੱਲੋਂ ਇੰਟਰਵਿਊ ਦੇ ਵਿੱਚ ਬੈਠਣਾ ਸੀ ਉਹ ਮੌਜੂਦ ਸੀ, ਪਰ ਕੁਝ ਸਮੇਂ ਬਾਅਦ ਜਿਹੜੀ ਇੰਟਰਵਿਊ ਆ ਉਹ ਕੈਂਸਲ ਕਰ ਦਿੱਤੀ। ਸਰ ਅੱਜ ਤੁਸੀਂ ਇੰਟਰਵਿਊ ਲੈਣ ਦੇ ਲਈ ਆਏ ਸੀ? ਹਾਂਜੀ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ? ਹਾਂਜੀ। ਇਹ ਇੰਟਰਵਿਊ ਕਿਉਂ ਸਰ ਕੈਂਸਲ ਕਰ? ਇਹ ਪੂਰਾ ਕੋਰਮ ਪੂਰਾ ਨਹੀਂ ਹੋਇਆ ਜੀ। ਕਿਸ ਤਰ੍ਹਾਂ ਦਾ ਕੋਰਮ ਸੀ? ਜਿੰਨੇ ਆਲ ਡਿਪਾਰਟਮੈਂਟਸ ਦੇ ਬੰਦੇ ਸੱਦੇ ਸੀ। ਅੱਛਾ, ਮਤਲਬ ਵੱਖ-ਵੱਖ ਡਿਪਾਰਟਮੈਂਟਾਂ ਦੇ ਨੇ? ਹਾਂਜੀ। ਅੱਛਾ, ਪਹੁੰਚੇ ਨਹੀਂ? ਹਾਂਜੀ, ਕੁਝ ਮੈਂਬਰ ਪਹੁੰਚੇ ਨਹੀਂ, ਉਹ ਕਾਲ ਕੀਤੀ ਉਹਨਾਂ ਨੂੰ, ਉਹ ਆ ਰਹੇ ਉਹ ਡਿਊਟੀਆਂ ਉਹਨਾਂ ਦੀਆਂ ਲੱਗ ਲੱਗੀਆਂ, ਡੇਟ ਅੱਗੇ ਦੇ ਰਹੇ ਨੇ। ਵੀ ਇੰਟਰਵਿਊ ਲੈਣ ਦੇ ਲਈ ਅੱਜ ਤੁਹਾਨੂੰ ਵੀ ਇੱਥੇ ਇਨਵਾਈਟ ਕੀਤਾ ਗਿਆ ਸੀ, ਤੁਸੀਂ ਵੀ ਅੰਦਰ ਬੈਠੇ? ਇੰਟਰਵਿਊ ਕਿਉਂ ਕੈਂਸਲ? ਅੱਜ ਕੋਰਮ ਨਹੀਂ ਪੂਰਾ ਹੋਇਆ ਇੰਟਰਵਿਊ ਦਾ। ਕੋਰਮ ਕਿਸ ਤਰ੍ਹਾਂ ਦਾ ਕੋਰਮ? ਕੋਰਮ ਮਤਲਬ 7 ਮੈਂਬਰ ਹੋਣੇ ਸੀਗੇ ਜੀ। ਮਤਲਬ ਮੈਂਬਰ ਜਿਨ੍ਹਾਂ ਵੱਲੋਂ ਇੰਟਰਵਿਊ ਲਈ ਜਾਣੀ ਸੀ? ਹਾਂ। ਕਿੰਨੇ ਆ ਗਏ ਸੀ, ਕਿੰਨੇ ਨਹੀਂ ਆਏ ਸੀ? 3 ਹੀ ਆਏ ਸੀਗੇ। ਸੁੱਚਾ ਸਿੰਘ ਕਲਰਕ ਜਿਹੜੇ ਇੱਥੇ ਮੌਜੂਦ ਹੈਗੇ ਨੇ, ਹਾਲਾਂਕਿ ਉਹਨਾਂ ਤੇ ਵੀ ਇਲਜ਼ਾਮ ਲਾਏ ਗਏ ਨੇ ਕਿ ਜਿਹੜੇ ਸੁੱਚਾ ਜੀ ਤੁਹਾਡੇ ਤੇ ਇਲਜ਼ਾਮ ਲਾਏ ਗਏ, ਜਿਹੜਾ ਇੱਕ ਕਰਮਚਾਰੀ ਹੈਗਾ ਸਫਾਈ ਕਰਮਚਾਰੀ, ਤੇ ਉਹ ਤੁਹਾਡੇ ਘਰ ਦੇ ਵਿੱਚ ਕੰਪਿਊਟਰ ਦਾ ਕੰਮ ਕਰਦਾ ਤੇ ਦਫ਼ਤਰ ਦੇ ਵਿੱਚ ਵੀ ਕੰਪਿਊਟਰ ਦਾ ਕੰਮ ਕਰਦਾ। ਸਰ ਮੇਰੇ ਜਸਵੀਰ ਸਿੰਘ ਨਾਮ ਦੱਸਿਆ? ਹਾਂ, ਜਸਵੀਰ ਸਿੰਘ। ਪਹਿਲੀ ਗੱਲ ਤਾਂ ਜਸਵੀਰ ਸਿੰਘ ਨੂੰ ਪੁੱਛਿਆ ਜਾਵੇ, ਉਹਨੂੰ ਮੇਰੇ ਘਰ ਦਾ ਹੀ ਅੱਜ ਤੱਕ ਨਹੀਂ ਪਤਾ, ਅੱਜ ਤੱਕ ਮੇਰੇ ਘਰੇ ਗਿਆ ਹੀ ਨਹੀਂ। ਪਹਿਲੀ ਗੱਲ। ਦੂਜੀ ਗੱਲ, ਮੇਰੇ ਘਰੇ ਨਾ ਤਾਂ ਕੰਪਿਊਟਰ ਹੈਗਾ ਤੇ ਨਾ ਕੋਈ ਆਫਿਸ ਹੈਗਾ। ਤੇ ਇਹ ਪਹਿਲੀ ਗੱਲ ਇਹ ਗਾ।
ਦੂਜੀ ਗੱਲ ਇਹ ਆ ਮੈਂ ਨਾ ਅੱਜ ਤੱਕ ਬੁਲਾਇਆ, ਜੇ ਕਿਤੇ ਪਹਿਲੀ ਗੱਲ ਲੋੜ ਪਈ ਨਹੀਂ ਅੱਜ ਤੱਕ, ਜੇਕਰ ਪੈਂਦੀ ਏ ਤੇ ਮੈਨੂੰ ਬੁਲਾਉਣ ਨੂੰ ਕੋਈ ਡਰ ਨਹੀਂ, ਕਿਉਂਕਿ ਮੈਂ ਦਫ਼ਤਰ ਦਾ ਕੰਮ ਕਰਾ ਸਕਦਾ। ਛੁੱਟੀ ਵਾਲੇ ਦਿਨ ਮੈਨੂੰ ਕੋਈ ਅਫਸਰ ਨੇ ਮਜਬੂਰੀ ਕਰਿਆ ਵੀ ਕਰਨਾ ਆਪਾਂ, ਤੇ ਆਪਾਂ ਨੂੰ ਕਰਨ ਲਈ ਮੈਂ ਘਰੇ ਵੀ ਬੁਲਾ ਸਕਦਾ। ਪਰ ਮੇਰਾ ਆਪਣਾ ਕੋਈ ਆਫਿਸ ਜਾਂ ਮੇਰੇ ਪਰਿਵਾਰ ਦਾ ਆਫਿਸ ਜਾਂ ਕਿਸੇ ਸਾਡੇ ਰਿਲੇਟਿਵ ਦਾ ਕੋਈ ਆਫਿਸ ਹੋਵੇ ਜਿੱਦਾਂ ਮੈਂ ਪ੍ਰਾਈਵੇਟ ਕੰਮ ਕਰਾਉਂਦਾ ਹਾਂ, ਤੋਂ ਹੈ ਹੀ ਨਹੀਂ। ਇੱਕ ਸਵਾਲ ਹੋਰ ਉੱਠਦਾ ਕਿ ਕਹਿੰਦੇ ਵੀ ਜਿਹੜੇ ਸਫਾਈ ਕਰਮਚਾਰੀ ਆ ਨਾ ਉਹ ਦਫ਼ਤਰ ਦੇ ਵਿੱਚ ਇੱਥੇ ਵੀ ਬਹਿੰਦੇ ਆ, ਕੁਰਸੀਆਂ ਤੇ ਬਹਿੰਦੇ ਆ, ਇੱਥੇ ਕੰਪਿਊਟਰ ਦਾ ਇੱਥੇ ਵੀ ਕੰਮ ਕਰਦੇ, ਇਹ ਵੀ ਇਲਜ਼ਾਮ ਨਾਲ ਹੈਗਾ ਕਿ ਇੱਥੇ ਵੀ ਕੰਮ ਕਰਦੇ ਆ ਤੇ ਉਹ ਫੀਲਡ ਦੇ ਵਿੱਚ ਕੰਮ ਨਹੀਂ ਕਰਦੇ। ਕੋਈ ਹੈ ਇਸ ਤਰ੍ਹਾਂ? ਸਰ ਦੇਖੋ, ਇਹ ਮੇਰਾ ਕੰਮ ਨਹੀਂ ਵੇਖਣਾ, ਇਹ ਕੰਮ ਤੁਹਾਡੀ ਨੌਲੇਜ, ਤੁਸੀਂ ਦਫ਼ਤਰ 'ਚ ਰਹਿੰਦੇ, ਰੂਟੀਨ 'ਚ ਆਪਾਂ ਦੇਖ ਸਾਰੀ ਦਾ ਬੈਠੇ ਤੇ ਵੇਖਦਾ ਜ਼ਰੂਰ ਆ, ਪਰ ਮੈਂ ਉਹਨਾਂ ਨੂੰ ਨਾ ਕਹਿ ਸਕਦਾ ਕੋਈ ਨਾ ਮੇਰੀ ਜੁਡੀਡਿਕਸ਼ਨ 'ਚ ਆਉਂਦਾ, ਨਾ ਮੈਂ ਉਹਨੂੰ ਕਹਿ ਸਕਦਾ ਉਹਨਾਂ ਨੂੰ, ਨਾ ਮੈਨੂੰ ਉਹਨਾਂ ਨੂੰ ਕਹਿਣ ਦੀ ਲੋੜ ਏ। ਜੇ ਮੈਂ ਕਹਿਣਾ ਤਾਂ ਉਲਟਾ ਉਹ ਮੇਰੇ ਗੱਲ ਨੂੰ ਪੈਂਦੇ ਨੇ, ਤੇ ਕਿਉਂਕਿ ਤੈਨੂੰ ਅਥਾਰਟੀ ਨਹੀਂ ਸਾਨੂੰ ਕਹਿਣ ਦੀ, ਜਾਣੀ ਕਿ ਬਹਿੰਦੇ ਹੈਗੇ ਨੇ, ਪਰ ਅਥਾਰਟੀ ਨਹੀਂ, ਉਹ ਕਹਿੰਦੇ ਤੈਨੂੰ ਅਥਾਰਟੀ ਸਾਨੂੰ ਕਹਿਣ ਦੀ। ਤਾਂ ਬਿਲਕੁਲ ਧੰਨਵਾਦ ਜੀ। ਬਿਲਕੁਲ ਸਾਡੇ ਨਾਲ ਮੌਜੂਦ ਸੀਗੇ ਇੱਥੋਂ ਦੇ ਕਲਰਕ ਸੁੱਚਾ ਸਿੰਘ ਜੀ, ਜੋ ਨਗਰ ਪੰਚਾਇਤ ਮਮਦੋੜ ਤੋਂ। ਹਾਲਾਂਕਿ ਉਹਨਾਂ ਤੇ ਜਿਹੜੇ ਇਲਜ਼ਾਮ ਲੱਗੇ ਸੀ ਕਿ ਜਸਬੀਰ ਸਿੰਘ ਨਾਮ ਦਾ ਜਿਹੜਾ ਵਿਅਕਤੀ ਆ, ਜੋ ਕਰਮਚਾਰੀ ਆ, ਸਫਾਈ ਕਰਮਚਾਰੀ ਆ, ਉਹ ਇੱਥੇ ਇਹਨਾਂ ਦੇ ਘਰ ਦੇ ਵਿੱਚ ਕੰਮ ਕਰਦਾ। ਇੱਕ ਐਮਸੀ ਦੇ ਵੱਲੋਂ ਇਲਜ਼ਾਮ ਲਾਏ ਗਏ ਸੀ। ਪਰ ਹੁਣ ਗੱਲ ਕਰਾਂ ਤਾਂ ਹੁਣ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਮੇਰੇ ਘਰ ਤਾਂ ਨਾ ਕੰਪਿਊਟਰ ਨਾ ਮੇਰੇ ਤੋਂ ਕੰਮ ਕਰਵਾਇਆ ਜਾਂਦਾ, ਪਰ ਹਾਂ ਅਗਰ ਕੋਈ ਮੇਰਾ ਸੀਨੀਅਰ ਹੈ ਕੰਮ ਕਰਵਾਉਣ ਲਈ ਕਹੇਗਾ ਤਾਂ ਮੈਂ ਕਿਤੇ ਨਾ ਕਿਤੇ ਸੈਟਰਡੇ ਸੰਡੇ ਉਹਦੀ ਜਿਹੜੀ ਆ ਮਦਦ ਲੈ ਸਕਦਾ। ਪਰ ਇੱਕ ਇਸ਼ਾਰਾ ਜ਼ਰੂਰ ਕਿਤੇ ਨਾ ਕਿਤੇ ਇੱਥੋਂ ਦੇ ਕਲਰਕ ਦੇ ਕੋਲੋਂ ਮਿਲਿਆ ਹੈ ਕਿ ਅਸੀਂ ਜਦੋਂ ਉਹਨਾਂ ਨੂੰ ਇਹ ਵੀ ਗੱਲ ਪੁੱਛੀ ਕਿ ਇੱਥੇ ਕਰਮਚਾਰੀ ਜਿਹੜੇ ਸਫਾਈ ਕਰਮਚਾਰੀ ਆ ਕਿ ਅੰਦਰ ਆ ਕੇ ਬੈਠਦੇ ਆ, ਕਿ ਇੱਥੇ ਕੰਮ ਕਰਦੇ ਆ, ਉਹ ਫੀਲਡ ਦੇ ਵਿੱਚ ਸਫਾਈ ਨਹੀਂ ਕਰਦੇ। ਪਰ ਉਹਨਾਂ ਦਾ ਇਹ ਵੀ ਕਹਿਣਾ ਸੀ ਹਾਂ ਜਦੋਂ ਅਸੀਂ ਉਹਨਾਂ ਨੂੰ ਕਹਿੰਦੇ ਆ ਤਾਂ ਉਹ ਗੁੱਸਾ ਕਰਦੇ ਆ, ਅੱਗੋਂ ਕਹਿੰਦੇ ਆ ਕਿ ਤੁਹਾਡਾ ਇਹ ਕੰਮ ਨਹੀਂ ਹੈਗਾ, ਤੁਸੀਂ ਸਾਨੂੰ ਕਿਉਂ ਪੁੱਛ ਰਹੇ ਹੋ, ਤੁਸੀਂ ਸਾਨੂੰ ਕਿਉਂ ਕਹਿ ਰਹੇ ਹੋ। ਜਾਣੀ ਕਿ ਇੱਕ ਇਸ਼ਾਰਾ ਜ਼ਰੂਰ ਮਿਲਿਆ ਕਿਤੇ ਨਾ ਕਿਤੇ ਕਿ ਇੱਥੇ ਜਿਹੜੇ ਕਰਮਚਾਰੀ ਹੈਗੇ ਆ, ਸਫਾਈ ਕਰਮਚਾਰੀ ਆ, ਜਿਨ੍ਹਾਂ ਨੇ ਸਫਾਈ ਕਰਨੀ ਆ ਵਾਰਡਾਂ ਦੇ ਵਿੱਚ ਜਾ ਕੇ, ਗਲੀਆਂ ਦੇ ਵਿੱਚ ਜਾ ਕੇ, ਪਰ ਉਹ ਇੱਥੇ ਵੀ ਜਿਹੜਾ ਬਹਿੰਦੇ ਦਿਖਾਈ ਦਿੰਦੇ ਆ। ਸਾਡੇ ਨਾਲ ਸੈਂਟਰੀ ਇੰਸਪੈਕਟਰ ਜਗੀਰ ਸਿੰਘ ਮੌਜੂਦ ਆ ਬਲਾਕ ਮਮਦੋੜ ਤੋਂ, ਉਹਨਾਂ ਤੋਂ ਜਾਣਕਾਰੀ ਲੈ ਲੈਂਦੇ ਆ। ਇਹ ਸਾਰੇ ਸਵਾਲਾਂ ਦੇ ਜਿਹੜੇ ਜਵਾਬ ਆ ਉਹਨਾਂ ਤੋਂ ਵੀ ਲੈ ਲੈਂਦੇ ਆ। ਹਾਂਜੀ ਸਰ, ਜਿਹੜੇ ਰਜਿਸਟਰਾਂ ਦੇ ਉੱਪਰ ਹਾਜ਼ਰੀ ਤੁਸੀਂ ਲਾਉਂਦੇ ਹੋ, ਜਿਹੜੇ ਰਜਿਸਟਰ ਤੁਸੀਂ ਹਾਜ਼ਰੀ ਲਾਉਂਦੇ? ਹਾਂਜੀ ਬਿਲਕੁਲ ਜੀ, ਮੈਂ ਤੁਹਾਡਾ ਕੰਮ? ਮੇਰਾ ਕੰਮ ਸਫਾਈ ਸੇਵਕ। ਇਲਜ਼ਾਮ ਲੱਗ ਰਿਹਾ ਇੱਥੋਂ ਦੇ ਲੋਕਾਂ ਵੱਲੋਂ, ਐਮਸੀਆਂ ਵੱਲੋਂ, ਕਿ ਜਿਹੜੀ ਅਟੈਂਡੈਂਸ ਆ ਉਹ ਗਲਤ ਢੰਗ ਨਾਲ ਲਾਈ ਜਾਂਦੀ ਆ। ਅਟੈਂਡੈਂਸ 2 ਵਜੇ ਦੇ ਆਸ-ਪਾਸ ਲਾਈ ਜਾਂਦੀ ਆ, ਸਵੇਰ 6 ਵਜੇ ਅਟੈਂਡੈਂਸ ਨਹੀਂ ਲੱਗਦੀ। ਪਤਾ ਕੀ ਹੈ ਜੀ, ਜਿਹੜੇ ਸਫਾਈ ਸੇਵਕ ਹੁੰਦੇ ਨਾ ਜੀ, ਇਹਨਾਂ ਦੀ ਇੱਕ ਸਵੇਰੇ 6 ਵਜੇ ਲੱਗਦੀ ਹੈ, ਉਸ ਤੋਂ 6 ਤੋਂ 11 ਜੀ, 2 ਤੋਂ ਫਿਰ 5 ਜੀ, 2 ਟਾਈਮ ਇਹਨਾਂ ਦੀ ਹਾਜ਼ਰੀ ਲਾਈ ਜਾਂਦੀ ਹੈ। ਉਹ ਇਸੇ ਰਜਿਸਟਰ ਦੇ ਉੱਪਰ ਹੀ ਹਾਜ਼ਰੀ ਲੱਗਦੀ ਜੀ ਸਰ? ਇਸ ਰਜਿਸਟਰ ਤੇ ਲੱਗਦੀ ਹੈ ਜੀ। ਇਸ ਰਜਿਸਟਰ ਲਾ ਕੇ ਉਸ ਤੋਂ ਬਾਅਦ ਅਸੀਂ ਹਫ਼ਤੇ ਬਾਅਦ ਦੂਜੇ ਦਿਨ ਪੱਕਾ ਕਰਦਾ, ਕਿਉਂਕਿ ਕਈ ਵਾਰ ਕੋਈ ਜਿਸ ਤਰ੍ਹਾਂ ਬਾਰਿਸ਼ ਚੱਲਦੀ ਵੀ, ਕੋਈ ਬੰਦਾ ਕੋਈ 5-7-10 ਮਿੰਟ ਲੇਟ ਹੋ ਜਾਏ, ਫਿਰ ਕਟਿੰਗ ਨਾ ਕਰਨੀ ਪਵੇ, ਇਹੀ ਹੈ। ਅੱਛਾ, ਇੱਕ ਸਵਾਲ ਹੋਰ ਹੈਗਾ ਜੀ, ਤੁਹਾਡੇ ਜਿਹੜੇ ਰਜਿਸਟਰ ਆ ਇਹ ਖਾਲੀ ਵੀ ਛੱਡੇ ਹੁੰਦੇ ਆ, ਜਦੋਂ ਹਾਜ਼ਰੀ ਲਾਉਂਦੇ ਆ ਇਹਦੇ 'ਚ ਖਾਲੀ ਜਗ੍ਹਾ ਹੁੰਦੀਆਂ, ਜਾਣੀ ਕਿ ਉਹ ਜਗ੍ਹਾ ਉਦੋਂ ਭਰੀ ਜਾਂਦੀ ਆ ਜਦੋਂ ਸ਼ਾਮ ਨੂੰ ਦਫ਼ਤਰ ਆਫ ਹੁੰਦਾ ਜਾਂ ਉਹਨਾਂ ਨੂੰ ਛੁੱਟੀ ਦੇ ਦਿੰਦੇ ਆ ਕਾਮਿਆਂ ਨੂੰ? ਨਹੀਂ ਬਿਲਕੁਲ ਨਹੀਂ ਜੀ, ਇਹੋ ਜੀ ਮੈਂ 20 ਤਰੀਕ ਨੂੰ ਜੁਆਇਨ ਕੀਤਾ ਜੀ। ਕਿਹੜੀ ਵੀ ਨੂੰ? ਐਸੇ ਮਹੀਨੇ ਦੀ, ਜਿਹੜੀ ਅੱਜ 22 ਹੋ ਗਈ ਹੈ। ਪਹਿਲਾਂ ਇੱਥੇ ਕੌਣ ਕੰਮ ਕਰਦਾ? ਪਹਿਲਾਂ ਤੇ ਸੁੱਚਾ ਸਿੰਘ ਕਲਰਕ ਸੀਗੀ, ਤੀਓ ਸਾਹਿਬ ਸੀਗੇ ਜੀ, ਇਹਨਾਂ ਨੂੰ ਪਤਾ ਸੀਗਾ। ਇਹਨਾਂ ਦਾ ਸੁਪਰਵਾਈਜ਼ਰ ਲਾਇਆ, ਸੁਪਰਵਾਈਜ਼ਰ ਰਾਜ ਕੁਮਾਰ ਜੀ, ਉਹ ਕਾਪੀ ਉਹਨਾਂ ਕੋਲ ਹੋਵੇਗੀ ਜੀ। ਮੇਰੇ ਆਉਣ ਤੋਂ ਬਾਅਦ ਕੋਈ ਇਹੋ ਜਿਹੀ ਨਹੀਂ ਆਈ ਜੀ। ਮੈਂ 20 ਤਰੀਕ ਤੋਂ ਤੁਹਾਨੂੰ ਰਜਿਸਟਰ ਚੈੱਕ ਕਰਾ ਦਿੱਤਾ ਜੀ, ਮੇਰੀ ਹਾਜ਼ਰੀ ਬਿਲਕੁਲ ਸਹੀ ਹੈ ਜੀ। ਅੱਛਾ, 20 ਤੋਂ ਬਾਅਦ ਤੁਸੀਂ ਹਾਜ਼ਰੀ ਆਪਣੀ ਲਾ ਰਹੇ ਹੋ? ਜੋ ਨਹੀਂ ਆ ਰਿਹਾ ਉਹਦੀ ਐਬਸੈਂਟ ਲੱਗ ਰਹੀ ਹੈ। ਅੱਜ ਵੀ ਲੱਗੀ? ਹਾਂ, ਅੱਜ ਵੀ ਐਬਸੈਂਟ ਲੱਗੇ। ਬਹੁਤ ਸਾਰੇ ਕੰਮ ਹੈਗੇ ਆ ਜੀ ਜਿਹੜੇ ਹਾਜ਼ਰੀ ਲੱਗਦੀ ਆ ਪਰ ਤੁਹਾਡੇ ਦਫ਼ਤਰ ਦੇ ਵਿੱਚ ਬੈਠਦੇ ਆ ਇਸ ਦੇ ਵਿੱਚ? ਨਹੀਂ, ਮੇਰੇ ਨਾ ਅਸਲ 'ਚ ਮੈਂ 20 ਤਰੀਕ ਤੋਂ ਆਇਆ, ਮੇਰੇ ਹੁੰਦਿਆਂ ਤਾਂ ਇਹੋ ਜਿਹਾ ਕੋਈ ਨਹੀਂ ਆ, ਪਰ ਹੋ ਸਕਦਾ ਕੋਈ ਆਵੇ, ਕਿਉਂਕਿ ਮੈਨੂੰ ਅਜੇ ਚਿਹਰੇ ਯਾਦ ਨਹੀਂ ਇੱਥੋਂ ਦੇ ਕਿਹੜੇ ਬੰਦੇ ਸਫਾਈ ਸੇਵਕ ਸੀਗੇ ਤੇ ਕਿਹੜੇ ਨੇ। ਮੈਂ ਹੌਲੀ ਹੌਲੀ ਫੀਲਡ 'ਚ ਗਿਆ, ਹੁਣ ਹੌਲੀ ਹੌਲੀ ਵਿਚਰਦਾ ਪਿਆ, ਮੈਨੂੰ ਹੌਲੀ ਹੌਲੀ ਯਾਦ ਹੋ ਜਾਣਗੇ, ਪਰ ਇਹੋ ਜਿਹੀ ਨਹੀਂ। ਕੋਈ ਇਹੋ ਜਿਹੀ ਹਦਾਇਤ ਹੁੰਦੀ ਹੈ ਕਿ ਜਦੋਂ ਕੰਮ ਕਰਦੇ ਆ ਵਾਰਡਾਂ ਦੇ ਵਿੱਚ, ਤੁਸੀਂ ਜਾ ਕੇ ਉਹਨਾਂ ਦੀ ਚੈਕਿੰਗ ਕਰਨੀ ਹੁੰਦੀ ਹੈ ਜਾਂ ਕੋਈ ਫੋਟੋਗ੍ਰਾਫੀ ਕਰਨੀ ਹੁੰਦੀ ਹੈ ਜਾਂ ਕੋਈ ਵੀਡੀਓਗ੍ਰਾਫੀ ਕਰਨੀ? ਬਿਲਕੁਲ ਜੀ ਬਿਲਕੁਲ, ਮੈਂ 11 ਵਜੇ ਤੱਕ ਇਹਨਾਂ ਦੇ ਪਿੱਛੇ ਪੂਰਾ ਰਾਉਂਡ ਲਾਉਣਾ ਜੀ, ਸਵੇਰੇ 6 ਵਜੇ ਤੋਂ ਲੈ ਕੇ 11 ਵਜੇ ਤੱਕ, 2 ਵਜੇ ਤੋਂ ਬਾਅਦ ਫਿਰ ਸਫਾਈ ਦਾ ਪ੍ਰਬੰਧ ਮੈਂ ਆਪ ਦੇਖਦਾ ਸਾਰਾ ਜੀ। ਫੋਟੋਗ੍ਰਾਫੀ ਕੋਈ ਵੀਡੀਓਗ੍ਰਾਫੀ ਦੀ ਵੀ ਹਦਾਇਤ ਹੁੰਦੀ? ਵੀਡੀਓਗ੍ਰਾਫੀ ਨਹੀਂ ਕਿਸੇ ਦੀ ਕਦੀ ਤੁਹਾਨੂੰ ਹਦਾਇਤ ਹੁੰਦੀ? ਨਹੀਂ ਜੀ ਬਿਲਕੁਲ ਨਹੀਂ। ਜੇ ਕੋਈ ਮੰਗੇ, ਹਾਂ ਏਡੀਸੀ ਜਾਂ ਡੀਸੀ ਸਾਹਿਬ ਮੰਗਣ, ਉਦੋਂ ਕਰਕੇ ਜ਼ਰੂਰ ਭੇਜਦੀ ਜੀ, ਰੂਟੀਨ 'ਚੋਂ। ਨਗਰ ਪੰਚਾਇਤ ਮਮਦੋੜ ਦੇ ਪ੍ਰਧਾਨ ਸੁਖਵਿੰਦਰ ਸਿੰਘ ਵੈਰੜ ਸਾਡੇ ਕੋਲੇ ਮੌਜੂਦ ਹੈਗੇ ਆ, ਗੱਲਬਾਤ ਕਰਦੇ ਆ। ਸਵਾਗਤ ਹੈ ਜੀ। ਥੈਂਕ ਯੂ ਜੀ। ਇਹ ਅੱਜ ਇੰਟਰਵਿਊ ਰੱਖੀ ਗਈ ਸੀ ਸਫਾਈ ਕਾਮਿਆਂ ਨੂੰ ਲੈ ਕੇ, ਉਹ ਇੰਟਰਵਿਊ ਦੇ ਵਿੱਚ ਕਾਫੀ ਲੋਕ ਆਏ ਸੀ, ਇੰਟਰਵਿਊ ਕਿਉਂ ਕੈਂਸਲ ਕੀਤੀ ਗਈ ਹੈ? ਉਹ ਜਿਹੜੇ ਸਿਲੈਕਸ਼ਨ ਕਮੇਟੀ ਦੇ ਮੈਂਬਰ ਨੇ ਨਾ ਜੀ, ਫਿਰੋਜ਼ਪੁਰ ਤੋਂ ਕਿਰਤ ਵਿਭਾਗ ਵਗੈਰਾ, ਉਹਨਾਂ ਦੇ ਉਹ ਮੈਂਬਰ ਪੂਰੇ ਨਹੀਂ ਹੋਏ, ਆਏ ਨਹੀਂ, ਉਹ ਹਾਜ਼ਰ ਨਹੀਂ ਹੋ ਸਕੇ, ਇਸ ਕਰਕੇ ਉਹਨੂੰ ਕੈਂਸਲ ਕੀਤਾ ਗਿਆ। ਕੋਈ ਇਹਨਾਂ ਚੀਜ਼ਾਂ ਦਾ ਕਿਤੇ ਨਾ ਕਿਤੇ ਪਹਿਲਾਂ ਧਿਆਨ ਨਹੀਂ ਰੱਖਣਾ ਚਾਹੀਦਾ ਐਜ਼ ਅ ਡਿਪਾਰਟਮੈਂਟ ਵਾਲਿਆਂ ਨੂੰ, ਕਿ ਜਿਹੜੇ ਸਟੂਡੈਂਟਸ ਦੂਰੋਂ ਆਉਂਦੇ, ਕਿਤੇ ਨਾ ਕਿਤੇ ਖੱਜਲ ਖੁਆਰੀ ਵੀ ਹੁੰਦੀ ਉਹਨਾਂ ਦੀ? ਬਿਲਕੁਲ ਰੱਖਣਾ ਚਾਹੀਦਾ ਜੀ। ਅਸੀਂ ਹਰੇਕ ਡਿਪਾਰਟਮੈਂਟ ਨੂੰ ਪਹਿਲਾਂ ਸੂਚਿਤ ਕੀਤਾ ਸੀ ਵੀ ਫਲਾਣੀ ਤਰੀਕ ਨੂੰ ਇੰਨੇ ਵਜੇ ਇਹ ਮੀਟਿੰਗ ਰੱਖੀ ਗਈ ਹੈ ਤੇ ਵੀ ਕਿਰਪਾ ਕਰਕੇ ਜ਼ਰੂਰ ਪਹੁੰਚਿਆ ਜੀ। ਇਹ ਪਹੁੰਚੇ ਨਹੀਂ, ਉਹਨਾਂ ਨੂੰ ਪਤਾ ਜੀ ਕੀ
ਸੁਖਵਿੰਦਰ ਜੀ, ਇੱਕ ਗੱਲ ਹੋਰ ਪੁੱਛਣੀ ਚਾਹਾਂਗੇ। ਜਿਹੜੇ ਲੋਕ ਇੱਥੇ ਇੰਟਰਵਿਊ ਦੇਣ ਆਏ, ਅਸੀਂ ਉਹਨਾਂ ਦਾ ਨਾ ਵਿਊ ਲਿਆ ਸੀਗਾ। ਅਸੀਂ ਉਹਨਾਂ ਤੋਂ ਪੁੱਛਿਆ ਕਿ ਕਿਉਂ ਇੰਟਰਵਿਊ ਨੂੰ ਕੈਂਸਲ ਕੀਤਾ ਗਿਆ, ਕੀ ਕਾਰਨ। ਉਹਨਾਂ ਦੇ ਵੱਲੋਂ ਇਹ ਇਲਜ਼ਾਮ ਲਾ ਦਿੱਤਾ ਗਿਆ ਕਿ ਇੱਥੇ ਸਿਰਫ ਔਰ ਸਿਰਫ ਇਕੱਠ ਕੀਤਾ ਜਾਂਦਾ, ਜਿਹੜੇ ਸਿਫਾਰਿਸ਼ ਵਾਲੇ ਵਿਅਕਤੀ ਹੁੰਦੇ ਉਹਨਾਂ ਨੂੰ ਅੰਦਰ ਖਾਤੇ ਰੱਖਿਆ ਜਾਂਦਾ। ਇਹਦੇ 'ਚ ਕੋਈ ਹੈ ਸੱਚਾਈ? ਕੋਈ ਇਸ ਤਰ੍ਹਾਂ ਦੀ ਕੋਈ ਸੱਚਾਈ ਨਹੀਂ ਜੀ। ਜਿਹੜੇ ਬੰਦੇ ਅਸੀਂ ਅੱਗੇ ਰੱਖੇ ਨੇ, ਮੈਂ ਚਾਹਣਾ ਵੀ ਜਿਵੇਂ ਵੀ ਮਰਜ਼ੀ ਉਹਦੀ ਇਨਕੁਆਇਰੀ ਕੀਤੀ ਜਾਏ, ਜਿਸ ਤਰ੍ਹਾਂ ਵੀ ਮਰਜ਼ੀ ਕਿਸੇ ਦਾ ਦਿਲ ਕਰਦਾ ਹੈ ਉਹਦੀ ਇਨਕੁਆਇਰੀ ਕੀਤੀ ਜਾਏ। ਉਹ ਕਿਸੇ ਤਰ੍ਹਾਂ ਦੀ ਕਿਸੇ 'ਚ ਕੋਈ ਵੀ 1% ਵੀ ਕਤਾਈ ਨਹੀਂ ਵਰਤੀ। ਇੱਕ ਸਵਾਲ ਹੋਰ ਨਿਕਲ ਕੇ ਆਉਂਦਾ, ਇਲਜ਼ਾਮ ਲੱਗੇ ਆ ਕਿ ਜਿਹੜੇ ਪਹਿਲਾਂ ਇੱਥੇ 20 ਦੇ ਆਸ-ਪਾਸ 23 ਦੇ ਆਸ-ਪਾਸ ਕਰਮਚਾਰੀ ਰੱਖੇ ਆ, ਉਹਨਾਂ ਦੇ ਵਿੱਚੋਂ ਬਹੁਤ ਸਾਰੇ ਕਰਮਚਾਰੀ ਜਿਹੜੇ ਹੈਗੇ ਆ ਉਹ ਦਫ਼ਤਰ ਦੇ ਅੰਦਰ ਬੈਠਦੇ ਆ। ਇੱਥੋਂ ਤੱਕ ਵੀ ਕਿਹਾ ਗਿਆ ਕਿ ਤੁਹਾਡੀ ਜਿਹੜੀ ਗੱਡੀ ਆ ਉਹ ਵੀ ਚਲਾ ਕੇ ਉਹ ਲੈ ਕੇ ਜਾਂਦੇ ਆ। ਨਹੀਂ ਜੀ, ਇਸ ਬਿਲਕੁਲ ਨਿਰਾਧਾਰ ਝੂਠ ਹੈ ਜੀ। ਜਿਹੜੇ ਬੰਦੇ ਨੂੰ ਜਿਵੇਂ ਵੀ ਜਿੱਥੇ ਵੀ ਕੰਮ ਦਿੱਤਾ ਜਾਂਦਾ ਨਹੀਂ, ਉਹ ਉੱਥੇ ਕਰ ਰਿਹਾ ਜੀ। ਹਾਂਜੀ, ਰੈਗੂਲਰ ਸਹੀ ਢੰਗ ਨਾਲ ਕੰਮ ਹਾਂਜੀ ਹਾਂਜੀ ਕਰ ਰਿਹਾ ਜੀ। ਇਸ ਤੋਂ ਇਲਾਵਾ ਕੁਝ ਹੋਰ ਕਹਿਣਾ ਹੈਗਾ ਜੀ? ਜਿਹੜੇ ਵੀ ਇਲਜ਼ਾਮ ਲੱਗ ਰਿਹਾ ਕਿ ਅੰਦਰ ਮੁਲਾਜ਼ਮ ਜਿਹੜੇ ਕਰਮਚਾਰੀ ਅੰਦਰ ਬੈਠਦੇ ਆ ਜਾਂ ਨਿੱਜੀ ਕੰਮ ਕੀਤੇ ਜਾਂਦੇ ਉਹਨਾਂ ਦੇ ਵੱਲੋਂ, ਇਹਦੇ ਬਾਰੇ ਕੁਝ ਹੋਰ ਕਹਿਣਾ ਚਾਹੋਗੇ? ਇਸ ਤਰ੍ਹਾਂ ਦੀ ਕੋਈ ਕਿਸੇ ਵੀ ਗੱਲ ਦੇ ਵਿੱਚ ਸੱਚਾਈ ਨਹੀਂ ਜੀ। ਜਿਹੜੇ ਵਿਰੋਧੀ ਧਾਰੇ ਧੇਰੇ ਉਹਨਾਂ ਦਾ ਕੰਮ ਹੈ ਜੀ ਇਹ ਕੰਮ ਕਰਨਾ। ਚੰਗੇ ਭਲੇ ਕੰਮ ਹੁੰਦੇ ਵੇਖ ਕੇ ਨਾ ਉਹਨਾਂ ਤੋਂ ਜਰਿਆ ਨਹੀਂ ਜਾਂਦਾ। ਅਗਰ ਇਹੋ ਜਿਹੀ ਕੋਈ ਗੱਲ ਨਿਕਲਦੀ ਆ, ਮੰਨ ਲਓ ਜਿਵੇਂ ਤੁਸੀਂ ਕਿਹਾ ਕਿ ਇਨਕੁਆਇਰੀ ਕਰਵਾਈ ਜਾਵੇ, ਅਗਰ ਦਫ਼ਤਰ 'ਚ ਕੋਈ ਇਹੋ ਜਿਹੀ ਗੱਲ ਨਿਕਲਦੀ ਆ ਕਿ ਗਲਤ ਬੰਦੇ, ਮਤਲਬ ਜਾਣੀ ਕਿ ਕਰਮਚਾਰੀ ਜਿਹੜੇ ਸਫਾਈ ਵਾਲੇ ਆ ਉਹ ਅੰਦਰ ਬੈਠ ਕੇ ਵੀ ਕੰਮ ਕਰਦੇ ਆ, ਤਾਂ ਫਿਰ ਕੀ ਕਹਿਣਾ ਚਾਹੋਗੇ ਕਿ ਇਨਵੈਸਟੀਗੇਸ਼ਨ ਹੋਣੀ ਚਾਹੀਦੀ, ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ? ਬਿਲਕੁਲ ਹੋਣੀ ਚਾਹੀਦੀ। ਸੰਬੰਧਿਤ ਅਧਿਕਾਰੀ ਤੇ ਵੀ ਹੋਣੀ ਚਾਹੀਦੀ ਹੈ ਜਿਨ੍ਹਾਂ? ਬਿਲਕੁਲ ਜੀ, ਸਾਰਿਆਂ ਤੇ ਹੋਣੀ ਚਾਹੀਦੀ। ਜਿਹੜੇ ਇਸ ਬੰਦੇ ਇਸ ਗੱਲ ਦੇ ਵਿੱਚ ਕਤਾਈ ਵਰਤਦੇ ਨੇ ਜੀ, ਉਹਨਾਂ ਤੇ ਹੋਣੀ ਚਾਹੀਦੀ। ਦਫ਼ਤਰ ਨਗਰ ਪੰਚਾਇਤ ਮਮਦੋਟ ਅਸੀਂ ਮੌਜੂਦ ਹਾਂ। ਸਾਡੇ ਨਾਲ ਈਓ ਨਰਿੰਦਰ ਕੁਮਾਰ ਮੌਜੂਦ ਨੇ। ਸਵਾਗਤ। ਥੈਂਕ ਯੂ ਸਰ, ਅਸੀਂ ਇੱਥੇ ਪਹੁੰਚੇ ਹਾਂ। ਸਾਡੇ ਕੋਲੇ ਕੁਝ ਲੋਕਾਂ ਦੇ ਵੱਲੋਂ ਇਹ ਇਨਫੋਰਮੇਸ਼ਨ ਦਿੱਤੀ ਗਈ ਆ ਕਿ ਜਿਹੜੇ ਸਫਾਈ ਕਰਮਚਾਰੀ ਹੈਗੇ ਆ ਉਹ ਸਮੇਂ ਸਿਰ ਜਿਹੜਾ ਸਵੇਰੇ ਕੰਮ ਤੇ ਨਹੀਂ ਪਹੁੰਚਦੇ, ਗਲੀਆਂ ਦੇ ਵਿੱਚ ਜਿਹੜੀ ਸਫਾਈ ਆ ਉਹ ਨਹੀਂ ਕੀਤੀ ਜਾ ਰਹੀ। ਪਹਿਲਾਂ ਤਾਂ ਅਸੀਂ ਤੁਹਾਨੂੰ ਸਾਰੇ ਪੁੱਛਣਾ ਚਾਹਾਂਗੇ, ਸਫਾਈ ਕਰਮਚਾਰੀ ਆਖਰਕਾਰ ਹੈ ਕਿੰਨੇ? ਇਸ ਤਰ੍ਹਾਂ ਵੀ ਇੱਥੇ ਸਿਰਫ 23 ਸਫਾਈ ਸੇਵਕ ਕੰਟੈਕਟ ਤੇ ਰੱਖੇ ਗਏ, ਜਿਨ੍ਹਾਂ ਦੇ ਵਿੱਚੋਂ 3 ਬੰਦਿਆਂ ਨੂੰ ਅਪਾਇੰਟਮੈਂਟ ਲੈਟਰ ਨਹੀਂ ਦਿੱਤੇ ਗਏ। 2 ਬੰਦੇ ਐਮਸੀਆਂ ਦੇ ਲੜਕੇ ਸੀਗੇ, ਇੱਕ ਸਫਾਈ ਸੇਵਕ ਤੇ ਪਰਚਾ ਦਰਜ ਸੀਗਾ। ਸਿਰਫ 20 ਸਫਾਈ ਸੇਵਕ ਹੀ ਸੀ। ਇਹ ਜਿਹਦੇ ਤੇ ਤੁਸੀਂ ਪਰਚਾ ਦਰਜ ਵਗੈਰਾ ਕਿਹਾ, ਉਹ ਬਾਅਦ ਚ ਹੋਇਆ ਜਾਂ ਪਹਿਲਾਂ ਦਾ ਹੀ ਸੀਗਾ ਰੱਖਣ ਤੋਂ? ਨਹੀਂ, ਉਹ ਪਹਿਲਾਂ ਤਾਂ ਸੀ। ਅਸੀਂ ਪੁਲਿਸ ਵੈਰੀਫਿਕੇਸ਼ਨ ਭੇਜਿਆ, ਪੁਲਿਸ ਵੈਰੀਫਿਕੇਸ਼ਨ ਨਹੀਂ ਹੋਈ ਉਹਦੀ। ਪੁਲਿਸ ਵੈਰੀਫਿਕੇਸ਼ਨ ਬਾਅਦ ਦੇ ਵਿੱਚ ਕਰਵਾਈ ਜਾਂਦੀ? ਨਹੀਂ, ਉਹ ਅਪਾਇੰਟਮੈਂਟ ਲੈਟਰ ਦੇਣ ਤੋਂ ਬਾਅਦ ਜਦੋਂ ਮੈਡੀਕਲ ਤੇ ਪੁਲਿਸ ਵੈਰੀਫਿਕੇਸ਼ਨ ਹੋ ਜਾਂਦੀ ਫਿਰ ਉਸ ਨੂੰ ਜੁਆਇਨ ਕਰਨੇ। ਅੱਛਾ, ਅੱਜ ਦੀ ਡੇਟ ਦੇ ਵਿੱਚ ਜੀ ਕਿੰਨੇ ਜਿਹੜੇ ਸਫਾਈ ਕਰਮਚਾਰੀ ਹੈਗੇ ਉਹ ਪ੍ਰੈਜ਼ੈਂਟ ਹੈਗੇ ਆ ਜਿਨ੍ਹਾਂ ਨੇ ਅੱਜ ਸਫਾਈ ਕੀਤੀ ਹੈ ਗਲੀਆਂ ਦੇ? ਇਹ ਤਾਂ ਜੀ ਜਿਹੜੀ ਅੱਜ ਮੇਰੇ ਕੋਲ ਤਾਂ ਨਾ ਨਗਰ ਪੰਚਾਇਤ ਦੌੜ ਦੇਣਾ, ਪਹਿਲਾਂ ਮੁਦਕੀ ਦਾ ਐਡੀਸ਼ਨ 4 ਸੀ ਤੇ ਹੁਣ ਨਗਰ ਕੌਂਸਲ ਗੁਰੂ ਸਾਹਿਬ ਦਾ ਐਡੀਸ਼ਨ 4 ਹੈ। ਉਹ ਇੱਕ ਹਫ਼ਤੇ ਤੋਂ ਪਿਛਲੇ ਹਫ਼ਤੇ ਤੋਂ ਲਗਾਤਾਰ ਬਾਰਿਸ਼ਾਂ ਪੈ ਰਹੀਆਂ, ਮੈਨੂੰ 4 ਦਿਨ ਗੁਰੂ ਸਾਹਿਬ ਰਹਿਣਾ ਪੈਂਦਾ ਲਗਾਤਾਰ। ਇਹਦੇ ਬਾਰੇ ਸੈਂਟਰੀ ਇੰਸਪੈਕਟਰ ਸਾਡੇ ਕੋਲ ਮੌਜੂਦ ਹੈ, 20 ਤਰੀਕ ਨੂੰ ਇੱਥੇ ਆਏ ਆ। ਉਹ ਦੱਸ ਸਕਦੇ ਅੱਜ ਕਿੰਨੇ ਬੰਦੇ ਸੀ ਕਿੰਨੇ ਨਹੀਂ। ਇੱਕ ਇਨਫੋਰਮੇਸ਼ਨ ਹੋਰ ਹੈ ਕਿ ਜਿਹੜੇ ਤੁਹਾਡੇ ਸਫਾਈ ਕਰਮਚਾਰੀ ਹੈਗੇ ਆ, ਜਿਹੜੇ ਤੁਸੀਂ ਦੱਸਿਆ 23 ਦੇ ਆਸ-ਪਾਸ ਰੱਖੇ, ਉਹਨਾਂ ਦੇ ਵਿੱਚੋਂ 20 ਕਰਮਚਾਰੀ ਆ, ਉਹਨਾਂ ਦੇ ਵਿੱਚੋਂ ਜਿਹੜੇ ਆ ਕੋਈ ਤੁਹਾਡੇ ਦਫ਼ਤਰ ਦੇ ਵਿੱਚ ਇੱਥੇ ਕੰਮ ਕਰ ਰਿਹਾ, ਕੋਈ ਕਲੈਰੀਕਲ 'ਚ ਬੈਠਾ, ਕੀ ਇਸ ਤਰ੍ਹਾਂ ਦੀ ਕੋਈ ਹਦਾਇਤ ਹੈ ਤੁਹਾਨੂੰ ਕਿ ਤੁਸੀਂ ਸਫਾਈ ਕਰਮਚਾਰੀ ਨੂੰ ਇੱਥੇ ਅੰਦਰ ਕੰਪਿਊਟਰ ਦੇ ਬਿਠਾ ਕੇ ਉਹਦੇ ਤੋਂ ਕੰਮ ਲੈ ਸਕਦੇ ਹੋ? ਨਹੀਂ, ਅਸੀਂ ਜਿਹੜੇ ਸਾਡੇ ਕਲੈਰੀ ਦਫ਼ਤਰ ਦੇ ਵਿੱਚ ਕੰਪਿਊਟਰ ਆਪਰੇਟਰ ਦੇ ਬੰਦੇ ਆ ਨਾ, ਉਹ ਆਊਟਸੋਰਸ 'ਤੇ ਰੱਖੇ ਹੋਏ ਆ। ਸਫਾਈ ਸੇਵਕ ਨੂੰ ਅਸੀਂ ਦਫ਼ਤਰ ਨਹੀਂ ਬਿਠਾ ਸਕਦੇ। ਅਸੀਂ ਮੇਰੇ ਵੱਲੋਂ ਸੈਂਟਰੀ ਇੰਸਪੈਕਟਰ ਨੂੰ ਹਦਾਇਤ ਕੀਤੀ ਕਿ ਕੋਈ ਬੰਦਾ ਦਫ਼ਤਰ 'ਚ ਬਹਿੰਦਾ ਉਹਦੀ ਐਬਸੈਂਟ ਲਾਈ ਜਾਵੇ, ਉਹਦੀ ਤਨਖਾਹ ਨਾ ਦਿੱਤੀ ਤੇ ਉਹਨੂੰ ਨੋਟਿਸ ਦੇ ਕੇ ਤੇ ਉਹਨੂੰ ਟਰਮੀਨੇਟ ਕੀਤਾ ਜਾਵੇ। ਸੈਂਟਰੀ ਇੰਸਪੈਕਟਰ ਜਿਹੜੇ ਨੇ ਉਹ ਕਦੋਂ ਉਹਨਾਂ ਨੇ ਜੁਆਇਨ ਕੀਤਾ? ਇੱਥੇ 20 ਤਰੀਕ ਨੂੰ ਆਏ ਆ। ਉਸ ਤੋਂ ਪਹਿਲਾਂ ਕੌਣ ਸੀ? ਉਸ ਤੋਂ ਪਹਿਲਾਂ ਤ੍ਰਿਪਤਾ ਰਾਣੀ ਜਨਰਲ ਇੰਸਪੈਕਟਰ ਸੀਗੀ, ਉਹ ਹਾਈ ਲਾਉਂਦੀ ਸੀ। ਵਰਬਲੀ ਲਾਉਂਦੇ ਸੀ ਜਾਂ ਐਸ ਪਰ ਪ੍ਰੋਟੋਕੋਲ? ਐਸ ਪਰ ਪ੍ਰੋਟੋਕੋਲ ਉਹ 2 ਵਜੇ ਹਾਈ ਲਾਉਂਦੇ ਸੀ ਦੁਪਹਿਰੇ। ਉਦੋਂ ਜਿਹੜੇ ਬੰਦੇ ਹਾਈ ਸੀ ਉਹਨਾਂ ਦੇ ਹਾਈ ਲਾਉਂਦੇ ਸੀ। ਨਹੀਂ ਸਰ, 2 ਵਜੇ ਹਾਜ਼ਰੀ ਲਾਈ ਜਾਂਦੀ ਸੀ? ਨਹੀਂ, ਉਹ ਨਾ ਐਕਚੁਅਲੀ ਸਾਡੇ ਕੋਲ ਸੈਂਟਰੀ ਇੰਸਪੈਕਟਰ ਹੈ ਨਹੀਂ ਸੀਗਾ ਤੇ ਉਹ ਪ੍ਰਧਾਨ ਜੀ ਕਿਹਾ ਸੀ ਦਫ਼ਤਰ ਆ ਬੰਦੇ ਹਾਈ ਦੁਪਹਿਰੇ ਹਾਈ ਲਾਇਆ ਕਰਨੀ ਸੀ 2 ਵਜੇ। ਇਹ ਕਿੰਨਾ ਸਮਾਂ ਸਾਰੇ ਹਾਜ਼ਰੀਆਂ ਲੱਗੀਆਂ ਹੋਣਗੀਆਂ ਜਿਹੜੀ 2 ਵਜੇ ਦੇ ਆਸ-ਪਾਸ ਤੁਸੀਂ ਕਹਿ ਰਹੇ ਹੋ? ਮੈਡਮ ਤ੍ਰਿਪਤਾ ਦਾ ਨਾਂ ਲੈ ਰਹੇ ਹੋ, ਕਿੰਨਾ ਸਮਾਂ ਉਹਨਾਂ ਨੇ ਹਾਜ਼ਰੀਆਂ ਲਾਈਆਂ? ਇਹ ਬਸ ਜਦੋਂ ਤੋਂ ਅਸੀਂ ਆ ਬੰਦਿਆਂ ਨੂੰ ਮਹੀਨਾ 1.5 ਮਹੀਨੇ ਤੋਂ ਪਹਿਲਾਂ ਅਪਾਇੰਟਮੈਂਟ ਲੈਟਰ ਤੇ ਕੰਟੈਕਟ ਉਸ ਤੋਂ ਲਾ ਰਹੇ ਬਸ। ਹੁਣ ਸਾਡੇ ਕੋਲ ਸੈਂਟਰੀ ਇੰਸਪੈਕਟਰ ਪੱਕਾ ਆ ਗਿਆ, ਹੁਣ ਇਹ ਫੀਲਡ 'ਚ ਦਾ ਸਾਰਾ ਕੰਮ ਕਰਨਗੇ, ਹਾਜ਼ਰੀ ਇਹ ਲਾਇਆ ਕਰਨਗੇ ਸਾਰਿਆਂ ਦੀ। ਅੱਜ ਵੀ ਜੀ ਜਿਨ੍ਹਾਂ ਨੇ ਆਪਦਾ ਪੱਖ ਦਿੱਤਾ ਉਹ ਕਹਿੰਦੇ ਆ ਕਿ ਅੱਜ ਵੀ 2 ਬੰਦੇ ਇੱਥੇ ਮੌਜੂਦ ਹੈਗੇ ਆ ਅੱਜ ਵੀ ਜਿਹੜੇ ਤੁਹਾਡੇ ਦਫ਼ਤਰ 'ਚ ਆ। ਹਾਲਾਂਕਿ ਉਹਨਾਂ ਦੀ ਜੁਆਇਨਿੰਗ ਜਿਹੜੀ ਆ ਉਹ ਸਫਾਈ ਕਰਮਚਾਰੀ ਦੀ ਜੁਆਇਨਿੰਗ ਆ, ਪਰ ਅੱਜ ਵੀ ਉਹ ਤੁਹਾਡੇ ਦਫ਼ਤਰ ਦੇ ਵਿੱਚ ਸੀ। ਪਰ ਜਦੋਂ ਅਸੀਂ ਬਾਹਰ ਸ਼ੁਰੂ ਕੀਤਾ, ਜਦੋਂ ਅਸੀਂ ਉਹਨਾਂ ਦਾ ਪੱਖ ਲੈਣਾ ਸ਼ੁਰੂ ਕੀਤਾ, ਉਸ ਸਮੇਂ ਉਹ ਦਫ਼ਤਰ ਦੇ ਵਿੱਚੋਂ ਮੋਟਰਸਾਈਕਲ ਲੈ ਕੇ ਚਲੇ ਗਏ, ਪਰ ਉਹਨਾਂ ਦੀ ਹਾਜ਼ਰੀ ਜਿਹੜੀ ਆ ਉਹ ਇੱਥੇ ਐਬਸੈਂਟ ਲੱਗੀ ਹੋਈ ਆ। ਕਿ ਜੇ ਇੱਕ ਪਾਸੇ ਐਬਸੈਂਟ ਲੱਗੀ ਹੈ, ਦੂਜੇ ਪਾਸੇ ਦਫ਼ਤਰ ਦੇ ਵਿੱਚ ਆ ਸਕਦੇ ਆ, ਬੈਠ ਸਕਦੇ ਆ? ਨਹੀਂ, ਮੈਨੂੰ ਨਹੀਂ ਇਸ ਬਾਰੇ ਮੈਨੂੰ ਨੌਲੇਜ ਦਫ਼ਤਰ ਆਏ ਕਿ ਨਹੀਂ ਆਏ।
ਕਿਉਂਕਿ ਦਫ਼ਤਰ ਦੇ ਵਿੱਚ ਸਾਡੇ ਕੋਲੇ ਵੀਡੀਓ ਹੈਗੀ ਆ ਨਾ ਜੀ, ਜਦੋਂ ਦਫ਼ਤਰ ਚੋਂ ਬਾਹਰ ਜਾ ਰਹੇ, ਜਦੋਂ ਉਹਨਾਂ ਨੇ ਸਾਨੂੰ ਦੇਖਿਆ ਕਿ ਮੀਡੀਆ ਵਾਲੇ ਆਏ ਆ, ਉਦੋਂ ਦਫ਼ਤਰ ਚੋਂ ਭੱਜ ਗਏ। ਤੁਹਾਡੀ ਗੱਲ ਠੀਕ ਹੈ। ਮੈਂ ਤਾਂ ਦਫ਼ਤਰ 'ਚ ਆਇਆ ਹੀ ਇੱਥੇ 10 ਵਜੇ, ਮੈਂ ਤਾਂ ਅੱਜ ਇੰਟਰਵਿਊ ਸੀਗੀ, ਮੈਂ ਤਾਂ ਡਿਪਟੀ ਡਾਇਰੈਕਟਰ ਦਫ਼ਤਰ ਫਿਰੋਜ਼ਪੁਰ ਹੋ ਕੇ ਫਿਰ ਆਇਆ। ਮੈਂ ਨਾਲੇ ਦਫ਼ਤਰ ਦੇ ਵਿੱਚ ਕੋਈ ਆਉਂਦਾ ਨਹੀਂ ਆਉਂਦਾ, ਇਹਦੇ ਬਾਰੇ ਇਸ ਤਾਂ ਕਿਸੇ ਨੂੰ ਰੋਕ ਨਹੀਂ ਸਕਦੇ ਦਫ਼ਤਰ ਆਉਣ ਤੋਂ। ਅਸੀਂ ਉਹਨੂੰ ਐਬਸੈਂਟ ਹੀ ਲਾਤੀ। ਸਰ ਜੇ ਉਹਦੀ ਐਬਸੈਂਟ ਲੱਗੀ ਆ ਤਾਂ ਫਿਰ ਵੀ ਆ ਕੇ ਉਹ ਆਪਣੀ ਕੁਰਸੀ ਤੇ ਬੈਠੇ, ਹਾਲਾਂਕਿ ਉਹਦਾ ਕੰਮ ਸਫਾਈ ਸੇਵਕ ਦਾ, ਉਹ ਅੰਦਰ ਆ ਕੇ ਤੁਹਾਡੇ ਦਫ਼ਤਰ ਦੇ ਵਿੱਚ ਬੈਠੇ ਜਾਂ ਦਫ਼ਤਰ ਦੇ ਅੰਦਰ ਆ ਕੇ ਕੋਈ ਕੰਮ ਕਰੇ, ਉਹ ਤਾਂ ਫਿਰ ਸਹੀ ਨਹੀਂ ਨਾ ਹੈਗਾ। ਨਹੀਂ ਦਫ਼ਤਰ ਦੇ ਵਿੱਚ ਕੰਮ ਨਹੀਂ ਕਰ ਸਕਦਾ ਉਹ, ਕੁਰਸੀ ਤੇ ਠੀਕ ਹੈ ਬੈਠ ਗਿਆ, ਦਫ਼ਤਰ 'ਚ ਕੰਮ ਨਹੀਂ ਕਰਦਾ। ਮੈਂ ਤਾਂ ਸੈਂਟਰੀ ਇੰਸਪੈਕਟਰ ਨੂੰ ਹਦਾਇਤ ਕਰਤੀ ਵੀ ਕਿਸੇ ਨੇ ਕੋਈ ਲਿਹਾਜ਼ ਨਹੀਂ ਕਰਨੀ। ਸਰ ਹੁਣ ਹਦਾਇਤ ਕੀਤੀ ਹੈ ਮੀਡੀਆ ਦੇ ਆਉਣ ਤੋਂ ਬਾਅਦ ਜਾਂ ਪਹਿਲਾਂ ਦੀ ਹਦਾਇਤ ਕੀਤੀ? ਪਹਿਲਾਂ ਦੀ ਹਦਾਇਤ ਕੀਤੀ ਹੈ। ਮੈਂ ਤਾਂ ਜਨਰਲ ਇੰਸਪੈਕਟਰ ਨੂੰ ਕੀਤੀ ਸੀ। ਮੈਂ ਤਾਂ ਜਿਹੜੇ ਇੱਥੇ ਹੋਰ ਪੋਲੀਟੀਕਲ ਲੀਡਰ ਆ ਸਾਰਿਆਂ ਨੂੰ ਦੱਸਿਆ ਵੀ ਇਹ ਪੰਜ ਚਾਰ ਬੰਦੇ ਕੰਮ ਨਹੀਂ ਕਰਦੇ, ਬੰਦੇ ਤੰਗ ਕਰਦੇ, ਇਹਨੂੰ ਕੱਢਣਾ ਨੌਕਰੀ ਤੋਂ। ਇੱਕ ਇਹਨਾਂ ਦਾ ਸਵਾਲ ਹੋਰ ਸੀਗਾ ਜੀ, ਕਹਿੰਦੇ ਆ ਕਿ ਜਿਹੜੇ ਤੁਸੀਂ ਇਹ ਸਫਾਈ ਕਾਮੇ ਰੱਖੇ ਆ, ਇਹ ਬਾਹਰੋਂ ਰੱਖੇ ਆ, ਇਹ ਇੱਥੋਂ ਨਹੀਂ ਰੱਖੇ ਲੋਕਲ। ਹਾਲਾਂਕਿ ਉਹ ਕਹਿੰਦੇ ਵੀ 8-10 ਹਜ਼ਾਰ ਦੀ ਆਬਾਦੀ ਜਿਹੜੀ ਮਮਦੋੜ ਦੀ ਹੈਗੀ ਆ, ਇੱਥੋਂ ਲੋਕਲ ਬੰਦੇ ਕਿਉਂ ਨਹੀਂ ਰੱਖੇ? ਅਸੀਂ ਜੀ ਦੋ ਅਖਬਾਰਾਂ ਦੇ ਵਿੱਚ ਇੰਟਰਵਿਊ ਲਈ ਦਿੱਤਾ। ਸਰਕਾਰ ਨੇ ਸਾਨੂੰ 26 ਸਫਾਈ ਸੇਵਕ ਦੇ 5 ਸਿਵਰਮੈਨ ਰੱਖਣ ਦੀਆਂ ਪੋਸਟਾਂ ਦੀ ਇਜਾਜ਼ਤ ਦਿੱਤੀ। ਉਹਦੇ ਵਿੱਚ ਅਸੀਂ ਜਿਹੜੇ ਬੰਦੇ ਪਹਿਲਾਂ ਆਊਟਸੋਰਸ 'ਤੇ ਕੰਮ ਕਰ ਰਹੇ ਆ ਉਹਨਾਂ ਨੂੰ ਪਹਿਲ ਦੇਣੀ ਹੈ। ਉਹਦੇ ਵਿੱਚ ਬੰਦੇ ਬਾਹਰ ਦੇ ਵੀ ਅਪਲਾਈ ਕਰ ਸਕਦੇ ਸੀ, ਲੋਕਲ ਵੀ ਅਪਲਾਈ ਕਰ ਸਕਦੇ ਸੀਗੇ। ਹੁਣ ਜਿਹੜੇ ਬੰਦੇ ਨੇ ਅਪਲਾਈ ਕੀਤਾ ਸੀ ਰੱਖਣੇ ਸੀ ਜਿਹੜੇ ਰੋਸਟਰ ਮੁਤਾਬਕ, ਜਿਵੇਂ SC ਕੈਟਾਗਰੀ ਦੀਆਂ ਪੋਸਟਾਂ ਹੈ, ਖਿਡਾਰੀ ਦੀ ਹੈ, ਫੌਜੀ ਕੋਟੇ ਦੀਆਂ ਪੋਸਟਾਂ ਹੈ, ਰੋਸਟਰ ਮੁਤਾਬਕ ਜਿਹੜੇ ਬੰਦੇ ਸਿਲੈਕਸ਼ਨ ਕਮੇਟੀ ਵੱਲੋਂ ਸਿਲੈਕਟ ਕੀਤੇ ਗਏ ਸੀ ਉਹ ਰੱਖੇ। ਅਸੀਂ ਆਪਦੀ ਮਰਜ਼ੀ ਨਾਲ ਬੰਦੇ ਨਹੀਂ ਰੱਖ ਸਕਦੇ ਲੋਕਲ। ਜੇ ਕਿਸੇ ਨੇ ਲੋਕਲ ਅਪਲਾਈ ਨਹੀਂ ਕੀਤਾ ਉਹ ਕਿਵੇਂ ਰੱਖ ਸਕਦੇ? ਸਿਫਾਰਸ਼ੀ ਵੀ ਨਹੀਂ ਰੱਖੇ ਗਏ? ਨਾ ਕੋਈ ਸਿਫਾਰਸ਼ੀ ਨਹੀਂ। ਚਾਹੇ ਬੰਦਾ ਕੋਈ ਹਾਈ ਕੋਰਟ 'ਚ ਚੈਲੰਜ ਕਰਦੇ ਉਹਦੇ ਜ਼ਿੰਮੇਵਾਰ ਸੀ ਆ। ਤੇ ਇੱਕ ਵੀ ਸਿਫਾਰਸ਼ੀ ਬੰਦਾ ਨਹੀਂ। ਜੋ ਉਹਦੀ ਸਿਲੈਕਸ਼ਨ, ਜੋ ਉਹਦਾ ਕ੍ਰਾਈਟੇਰੀਆ ਸੀ ਇੰਟਰਵਿਊ ਦਾ, ਜਾਂ ਉਹਦੀ ਪੜ੍ਹਾਈ ਲਿਖਾਈ ਦੇ ਨੰਬਰ ਸੀ, ਉਹ ਬਿਲਕੁਲ ਸਹੀ ਰੱਖੇ। ਇਹ ਅਸੀਂ ਛਾਤੀ ਠੋਕ ਕੇ ਕਹਿੰਦੇ ਆ, ਨਾ ਅਸੀਂ ਕਿਸੇ ਦੇ ਕੋਈ ਪੰਜੀ ਲਈ, ਨਾ ਕੋਈ ਆਵਾਜ਼ਦਾਰ, ਨਾ ਕਿਸੇ ਦੀ ਕੋਈ ਸਿਫਾਰਸ਼ ਮੰਨੀ। ਅਸੀਂ ਚਾਹੇ ਬੰਦਾ ਹਾਈ ਕੋਰਟ ਚਲਾ ਜਾਏ, ਸੁਪਰੀਮ ਕੋਰਟ ਚਲਾ ਜਾਏ, ਅਸੀਂ ਜ਼ਿੰਮੇਵਾਰ ਹਾਂ। ਵੈਸੇ ਇੱਥੇ ਤਾਂ ਇਹ ਵੀ ਗੱਲ ਕਹੀ ਗਈ ਆ ਕਿ ਇਹ ਜਿਹੜੇ ਮਕਾਨ ਆਉਂਦੇ ਆ ਉਹਨਾਂ ਮਕਾਨਾਂ ਦਾ ਵੀ 5-5 ਹਜ਼ਾਰ ਰੁਪਇਆ ਲਿਆ ਜਾ ਰਿਹਾ, ਉਹਨਾਂ ਦੇ ਵੀ ਪੈਸੇ ਲਏ ਜਾਂਦੇ ਆ। ਇਹ ਵੀ ਕਿਹਾ ਜਾ ਰਿਹਾ ਕਿ ਇਸ ਦਫ਼ਤਰ ਦੇ ਵਿੱਚ ਤਾਂ ਪੈਸੇ ਚੱਲਦੇ। ਹਾਲਾਂਕਿ ਤੁਸੀਂ ਇਹ ਗੱਲ ਕਹੀ ਆ ਕਿ ਸਾਡੇ ਵੱਲੋਂ ਕੋਈ ਪੈਸਾ ਨਹੀਂ ਲਿਆ ਜਾਂਦਾ, ਪਰ ਇਲਜ਼ਾਮ ਜ਼ਰੂਰ ਲੱਗ ਰਿਹਾ। ਮਕਾਨਾਂ ਦੇ ਵਿੱਚ ਕੋਈ ਵੀ ਬੰਦਾ, ਸ਼ਹਿਰ ਦਾ ਕੋਈ ਬੰਦਾ ਕਹਿ ਦੇ ਵੀ ਈਓ ਨੇ ਕੋਈ ਪੈਸਾ ਮੰਗਿਆ, ਮੈਂ ਆਪਦੇ ਸਿਰ ਵੜਾ ਦੂੰਗਾ। ਜਿਹੜੇ ਮੰਗਦੇ ਹੋਣਗੇ ਜੀ, ਤੁਸੀਂ ਨਾ ਐਕਚੁਅਲੀ ਦੇ ਵਿੱਚ ਜਿਹੜੇ ਪਹਿਲਾਂ ਈਓ ਸੀ ਨਾ ਜੀ, ਉਹ ਈਓ ਡੈਥ ਹੋ ਗਈ ਗੌਰਵ ਸ਼ਰਮਾ ਦੀ। ਉਦੋਂ MLA ਨੇ ਧੱਕੇ ਨਾਲ ਉਹਦਾ ਕੰਮ ਕਰਾਇਆ। ਮੈਨੂੰ ਉਹਦੇ ਬਾਰੇ ਨਹੀਂ ਪਤਾ। ਮੈਂ ਤਾਂ ਜਦੋਂ ਦਾ ਮੈਂ ਆਇਆ, ਕੋਈ ਵੀ MLA, ਕੋਈ ਵੀ ਪੋਲੀਟੀਕਲ ਬੰਦਾ, ਕੋਈ ਵੀ ਘਰ ਵਾਲਾ ਬੰਦਾ ਕਹਦੇ ਵੀ ਈਓ ਨੇ ਕੋਈ ਘਰਾਂ 'ਚ ਪੈਸੇ ਲਏ ਹੋਣ, ਮੈਂ ਜ਼ਿੰਮੇਵਾਰ ਹਾਂ। ਨਾ ਅਸੀਂ ਲਈਏ, ਨਾ ਸਾਡਾ ਕੋਈ ਮਤਲਬ ਨਹੀਂ। ਅਸੀਂ ਜੋ ਸਰਕਾਰ, ਅਸੀਂ ਕਹਿੰਦੇ ਗਰੀਬ ਬੰਦੇ ਦੇ ਪੈਸੇ ਹੈ ਪੂਰੇ, ਉਹਨੂੰ ਗਰੀਬ ਬੰਦੇ ਨੂੰ ਪੈਸੇ ਪੂਰੇ ਮਿਲਣ। ਇਹ ਸਰ ਹਾਜ਼ਰੀ ਰਜਿਸਟਰ ਆ ਜਿਹੜੇ ਤੁਹਾਡੇ ਕੰਮ ਆ, ਤੁਸੀਂ ਸਾਨੂੰ ਦਿਖਾਇਆ ਜੀ, ਦੇਖਿਆ। ਇਹਦੇ ਉੱਪਰ ਸਰ ਬਹੁਤ ਜਗ੍ਹਾ ਤੇ ਜਿਹੜੀ ਆ ਖਾਲੀ ਸਪੇਸ ਛੱਡੀ ਜਾਂਦੀ ਆ। ਇਹ ਸਰ ਕਿਉਂ ਛੱਡੀ ਜਾਂਦੀ ਹੈ? ਕੀ ਕਾਰਨ ਹੈ? ਕਿ ਇਹ ਸ਼ਾਮ ਦੇ ਸਮੇਂ ਜਦੋਂ ਦਫ਼ਤਰ ਬੰਦ ਕਰਨਾ ਉਦੋਂ ਹਾਜ਼ਰੀ ਇਹਨਾਂ ਦੀ ਲਾਈ ਜਾਊਗੀ? ਨਹੀਂ ਨਹੀਂ, ਇਹ ਉਸੇ ਵੇਲੇ ਮੌਕੇ ਲਾਣੇ। ਇਹਦੇ ਬਾਰੇ ਇੰਸਪੈਕਟਰ ਸਾਹਿਬ ਦੱਸਦੇ ਕਿਉਂ ਛੱਡੀ ਹੈ। ਮੈਂ ਇਹਦੇ ਬਾਰੇ ਤੁਸੀਂ ਦੱਸ ਨਹੀਂ ਸਕਦੇ, ਪਰ ਇਹ ਐਜ਼ ਪਰ ਰੂਲ ਕੀ ਇੱਥੇ ਪ੍ਰੈਜ਼ੈਂਟ ਜਾਂ ਐਬਸੈਂਟ ਲਿਖਣਾ ਚਾਹੀਦਾ ਸੀ? ਹਾਂਜੀ ਹਾਂ, ਪ੍ਰੈਜ਼ੈਂਟ ਐਬਸੈਂਟ ਲਿਖਣਾ ਚਾਹੀਦਾ ਸੀ। ਅੱਛਾ, ਜਿਹੜੇ ਕੰਮ ਕਰ ਰਹੇ ਆ ਵਾਰਡਾਂ ਦੇ ਵਿੱਚ, ਇਹ ਵੀ ਇਲਜ਼ਾਮ ਲਾਇਆ ਗਿਆ ਕਿ ਅੱਜ ਦੀ ਡੇਟ ਦੇ ਵਿੱਚ ਉਹਨਾਂ ਦੀ ਪ੍ਰੈਜ਼ੈਂਟ ਲੱਗੀ ਆ, ਉਹ ਆਏ ਆ, ਪਰ ਜਿਹੜਿਆਂ ਦੀ ਪ੍ਰੈਜ਼ੈਂਟ ਲੱਗੀ ਆ ਉਹ ਹਾਲਾਂਕਿ ਜਿਹੜੇ ਕੰਮ ਆ ਉਹ ਵਾਰਡਾਂ ਦੇ ਵਿੱਚ ਜਾ ਕੇ ਉਹਨਾਂ ਨੇ ਸਵੇਰ ਦੀ ਸਫਾਈ ਤੱਕ ਨਹੀਂ ਕੀਤੀ ਗਈ। ਉਹ ਕਈ ਵਾਰੀ ਕੀ ਕਰਦੇ ਆ ਬੰਦੇ, ਇੱਥੇ ਹਾਈ ਲਾ ਜਾਂਦੇ ਆ, ਜਾਂਦੇ ਨਹੀਂ ਪਿੰਡ। ਹੁਣ ਸਾਡੇ ਸੈਂਟੀਸਪੈਕਟ ਆ ਗਏ ਆ, ਉਹਨਾਂ ਨੇ ਕਿਹਾ ਵੀ ਵਾਰਡਾਂ ਜਾ ਕੇ ਮਗਰ ਇਹਨਾਂ ਚੈੱਕ ਕਰੋ ਬੰਦੇ ਜਾਂਦੇ ਕਿ ਨਹੀਂ ਜਾਂਦੇ। ਸਰ ਫਿਰ ਤੁਹਾਡਾ ਦਫ਼ਤਰ ਇੰਨਾ ਢਿੱਲਾ ਵੀ ਬੰਦਾ ਹਾਜ਼ਰੀ ਲਾ ਕੇ ਚਲਾ ਗਿਆ, ਬਾਅਦ 'ਚ ਉੱਥੇ ਜਾਂਦੇ ਹੀ ਨਹੀਂਗੇ। ਖਚਾਈ ਵੀ ਹੋਣੀ ਚਾਹੀਦੀ ਆ। ਸਰਕਾਰ ਦੇ ਪੈਸੇ ਦੀ ਗਲਤ ਵਰਤੋਂ ਵੀ ਤਾਂ ਫਿਰ ਹੋ ਰਹੀ ਨਾ। ਅਗਰ ਕੋਈ ਬੰਦਾ ਕੰਮ ਹੀ ਨਹੀਂ ਕਰਨਾ ਚਾਹੁੰਦਾ, ਉਹਨੂੰ ਆਪਾਂ ਕੰਮ ਤੇ ਰੱਖਿਆ, ਉਸ ਤੋਂ ਬਾਅਦ ਉਹ ਜਾ ਕੇ ਹਾਜ਼ਰੀ ਲਾ ਕੇ ਆਪਦੀ ਮਰਜ਼ੀ ਨਾਲ, ਐਂ ਤਾਂ ਨਹੀਂ ਨਾ ਹੋ ਸਕਦਾ। ਨਹੀਂ, ਐ ਨਹੀਂ ਹੋ ਸਕਦਾ। ਉਹ ਐਕਚੁਅਲੀ ਦੇ ਵਿੱਚ ਅਸੀਂ ਹਦਾਇਤ ਹੀ ਕਰਦੀ ਵੀ ਉਹਨੂੰ, ਅਸੀਂ ਤਾਂ ਨੌਕਰੀ ਤੋਂ ਕੱਢ ਦਾਂਗੇ ਤੇ ਬੰਦੇ ਹੋਰ ਰੱਖ ਲਾਂਗੇ ਫਿਰ। ਅੱਛਾ, ਮਤਲਬ ਹੁਣ ਮੀਡੀਆ ਦੇ ਆਉਣ ਤੋਂ ਬਾਅਦ ਕੱਢੋਗੇ ਜਾਂ ਮਤਲਬ ਪਹਿਲਾਂ ਹੀ ਤੁਹਾਡੀ ਕੋਈ ਇਹਦੇ ਪਾਸੇ ਬਣਿਆ? ਸਾਡੀ ਤਾਂ ਪਹਿਲਾਂ ਹੀ ਮਹੀਨਾ ਹੋ ਗਿਆ ਪੁਰਾਣੀ ਚੱਲਦੇ ਨੂੰ, ਪਹਿਲਾਂ ਹੀ ਅਸੀਂ ਸੋਚ ਰੱਖਿਆ ਸੀਗਾ। ਹੁਣ ਇਹ ਬਾਰਿਸ਼ਾਂ ਦੇ ਦਿਨਾਂ ਕਰਕੇ ਵੀ ਅਸੀਂ ਐਕਸ਼ਨ ਨਹੀਂ ਲੈ ਰਹੇ ਵੀ ਚਲੋ ਵੀ ਕੱਲ੍ਹ ਨੂੰ ਕੱਢ ਦਈਏ ਤਾਂ ਫਿਰ ਕੋਈ ਨਵੇਂ ਬੰਦੇ ਨਾਲ ਮਿਲੇ। ਬਾਰਿਸ਼ਾਂ ਦਾ ਮੌਸਮ ਹੈਗਾ, ਕੱਲ੍ਹ ਨੂੰ ਹੋਰ ਸਮੱਸਿਆ ਖੜੀ ਹੋ ਜਾਊਗੀ। ਲਾਸਟ ਸਵਾਲ ਮੇਰਾ ਇਹ ਆ ਜੀ, ਜਿਹੜੇ ਅਟੈਂਡੈਂਸ ਰਜਿਸਟਰ ਹੈਗੇ ਆ, ਇਹ ਤੁਸੀਂ ਆਫਿਸ ਵਾਲੇ ਸਾਨੂੰ ਜਿਹੜੇ ਤੁਸੀਂ ਦਿਖਾਏ ਆ ਤੁਸੀਂ ਆਪ, ਲੇਕਿਨ ਜਿਹੜੇ ਫੀਲਡ ਵਾਲੇ ਰਜਿਸਟਰ ਹੁੰਦੇ ਆ ਸਰ, ਉਹ ਫੀਲਡ ਵਾਲਾ ਰਜਿਸਟਰ ਹਜੇ ਤੱਕ ਨਹੀਂ ਲੱਗਾ ਹੋਇਆ। ਨਹੀਂ, ਫੀਲਡ ਵਾਲੇ ਰਜਿਸਟਰ ਦਾ ਸੈਂਟਰੀ ਇੰਸਪੈਕਟਰ ਨੇ ਜਾਂ ਮੇਟ ਨੇ ਲਾਣਾ, ਉਹਦਾ ਐਕਚੁਅਲੀ ਵੈਸੇ ਹੀ ਟੈਂਪਰੇਰੀ ਰਜਿਸਟਰ ਲਾਉਂਦੇ ਆ ਹਾਈ ਲਾਉਣ 'ਤੇ। ਤਾਂ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਨਾਲ ਈਓ ਮਮਦੋਟ ਤੋਂ ਮੌਜੂਦ ਸੀਗੇ। ਹਾਲਾਂਕਿ ਜਿੰਨੇ ਵੀ ਸਵਾਲ ਸੀਗੇ ਇੱਥੇ ਲੋਕਾਂ ਦੇ, MCਆਂ ਦੇ, ਉਹਨਾਂ ਦੇ ਸਵਾਲਾਂ ਦੇ ਜਿਹੜੇ ਜਵਾਬ ਆ ਉਹ ਲੈਣ ਦੀ ਅਸੀਂ ਕੋਸ਼ਿਸ਼ ਕੀਤੀ ਆ ਇਹਨਾਂ ਤੋਂ। ਹਾਲਾਂਕਿ ਕਿੰਨੀ ਕੁ ਸੰਤੁਸ਼ਟੀਜਨਕ ਜਵਾਬ ਨੇ ਇਹ ਤੁਸੀਂ ਵੀ ਦੇਖ ਸਕਦੇ ਹੋ, ਪਰ ਹਾਲਾਤ ਜਿਹੜੇ ਆ ਉਹ ਤੁਸੀਂ ਖੁਦ ਦੇਖੋ ਕਿ ਜਗ੍ਹਾ ਛੱਡ ਕੇ ਹਾਜ਼ਰੀਆਂ ਲਾਈਆਂ ਗਈਆਂ ਨੇ।
ਇੱਕ ਇਹ ਵੀ ਗੱਲ ਕਹੀ ਗਈ ਆ ਕਿ 2 ਵਜੇ ਦੇ ਆਸ-ਪਾਸ ਹਾਜ਼ਰੀ ਲਾਈ ਗਈ ਸੀ। ਹਾਲਾਂਕਿ ਇੱਥੇ ਹਾਜ਼ਰੀ ਲਾਉਣ ਵਾਲਾ ਅਧਿਕਾਰੀ ਜਿਹੜਾ ਉਹ 20 ਤਰੀਕ ਨੂੰ ਜੁਆਇਨ ਕੀਤਾ ਹੈ, ਪਰ ਉਸ ਤੋਂ ਪਹਿਲਾਂ ਦੀ ਵੀ ਗੱਲ ਕਰੀਏ ਤਾਂ ਜਿਹੜੀਆਂ ਹਾਜ਼ਰੀਆਂ ਨੇ ਉਹ 2 ਵਜੇ ਦੇ ਆਸ-ਪਾਸ ਇੱਥੇ ਲਾਈਆਂ ਜਾਂਦੀਆਂ ਸੀ। ਜਾਣੀ ਕਿ ਇਹ ਚੀਜ਼ ਚੈੱਕ ਕਰਨ ਵਾਲਾ ਇੱਥੇ ਕੋਈ ਮੁਲਾਜ਼ਮ ਹੈਗਾ ਹੀ ਨਹੀਂ ਸੀ ਕਿ ਫੀਲਡ ਦੇ ਵਿੱਚ ਕੋਈ ਕਰਮਚਾਰੀ ਕੰਮ ਕਰ ਰਿਹਾ ਨਹੀਂ ਕੰਮ ਕਰ ਰਿਹਾ, ਵਾਰਡ ਦੇ ਵਿੱਚ ਗਿਆ ਉਹਨੇ ਸਫਾਈ ਕੀਤੀ ਆ ਜਾਂ ਨਹੀਂ ਕੀਤੀ। ਪਰ ਜਿਹੜੇ ਲੋਕਾਂ ਨੇ ਸਾਨੂੰ ਇੱਥੇ ਜਾਣਕਾਰੀ ਦਿੱਤੀ ਆ, ਜੋ ਤੁਸੀਂ ਕੈਮਰੇ ਤੇ ਪਹਿਲਾਂ ਸੁਣਿਆ ਕਿ ਉਹਨਾਂ ਨੇ ਬੋਲਿਆ ਕਿ ਸਾਡੀ ਵਾਰਡ ਦੇ ਵਿੱਚ ਕੋਈ ਵੀ ਵਿਅਕਤੀ ਸਫਾਈ ਕਰਨ ਦੇ ਲਈ ਨਹੀਂ ਆਉਂਦਾ। ਹਾਲਾਂਕਿ ਇਹ ਵੀ ਗੱਲਾਂ ਬੋਲੀਆਂ ਗਈਆਂ ਕਿ ਜਿਹੜੇ ਸਾਡੀ ਪਾਰਟੀ ਤੱਕ ਦੇ ਵਰਕਰ ਹੈਗੇ ਆ, ਹਾਲਾਂਕਿ ਉਹ ਜਿਹੜੇ ਮੁਲਾਜ਼ਮ ਨੇ ਜਿਹੜੇ ਕਰਮਚਾਰੀ ਆ ਉਹਨਾਂ ਦੀ ਇੱਥੋਂ ਤੱਕ ਹਿੰਮਤ ਪੈਂਦੀ ਆ ਕਿ ਅਸੀਂ ਉੱਥੇ ਕੰਮ ਕਰਾਂਗੇ ਜਿੱਥੇ ਸਾਡੀ ਪਾਰਟੀ ਦੇ ਵਰਕਰ ਹੋਣਗੇ। ਅਗਰ ਉਸ ਵਾਰਡ ਦੇ ਵਿੱਚ ਸਾਡੀ ਪਾਰਟੀ ਦੇ ਵਰਕਰ ਰਹਿੰਦੇ ਆ ਤਾਂ ਅਸੀਂ ਉੱਥੇ ਸਫਾਈ ਕਰਾਂਗੇ, ਨਹੀਂ ਤਾਂ ਅਸੀਂ ਇਹ ਕੰਮ ਨਹੀਂ ਕਰਾਂਗੇ। ਇੱਥੋਂ ਤੱਕ ਦੇ ਜਿਹੜੇ ਹਾਲਾਤ ਆ ਮਮਦੋਟ ਨਗਰ ਪੰਚਾਇਤ ਦੇ ਤੁਸੀਂ ਦੇਖ ਸਕਦੇ ਹੋ, ਸਵਾਲਾਂ ਦੇ ਘੇਰੇ ਦੇ ਵਿੱਚ ਆ। ਵੱਡੀ ਜਾਂਚ ਮੰਗਦਾ ਇਹ ਦਫ਼ਤਰ। ਹਾਲਾਂਕਿ ਬੜੀ ਵੱਡੀ ਗੱਲ ਆ ਕਿ ਇੱਕ ਸਫਾਈ ਕਰਮਚਾਰੀ ਦੀ ਭਰਤੀ ਹੋਈ ਹੋਵੇ ਤੇ ਉਹ ਸਫਾਈ ਕਰਮਚਾਰੀ ਦਫ਼ਤਰ ਦੇ ਵਿੱਚ ਆਉਂਦਾ ਹੋਵੇ, ਪਰ ਜਿਹੜੀ ਗੱਲ ਕਹੀ ਆ ਕਿ ਅਟੈਂਡੈਂਸ 2 ਵਜੇ ਲੱਗਦੀ ਆ, ਪਰ ਇਹ ਵੀ ਗੱਲ ਸਪਸ਼ਟ ਆ ਕਿ ਬੜੀ ਪਲੈਨਿੰਗ ਦੇ ਨਾਲ ਕੰਮ ਕੀਤਾ ਜਾ ਰਿਹਾ, ਕਿਉਂਕਿ ਇੱਥੇ ਮੁਲਾਜ਼ਮ ਆਉਂਦੇ ਆ, ਉਹ ਇੱਥੇ ਬੈਠਦੇ ਆ। ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਜਿਹੜੇ ਇੱਥੇ ਨੌਜਵਾਨ ਲੜਕੇ, ਹਾਲਾਂਕਿ ਲੱਗਦਾ ਨਹੀਂ, ਅਸੀਂ ਕਿੰਤੂ ਨਹੀਂ ਕਰ ਰਹੇ ਕਿ ਉਹ ਸਫਾਈ ਨਹੀਂ ਕਰ ਸਕਦੇ, ਗਲੀਆਂ ਦੇ ਵਿੱਚ ਕਰ ਸਕਦੇ ਆ, ਪਰ ਉਹਨਾਂ ਦੇ ਲਿਬਾਸ ਨੂੰ ਦੇਖ ਕੇ ਇੰਜ ਲੱਗਦਾ ਕਿ ਉਹ ਦਫ਼ਤਰੀ ਕੰਮ ਦੇ ਲਈ ਬਣੇ ਆ। ਪਰ ਦਫ਼ਤਰ ਦੇ ਵਿੱਚ ਮੌਜੂਦ ਵੀ ਸੀ, ਪਰ ਜਦੋਂ ਉਹਨਾਂ ਨੂੰ ਭਿਣਕ ਲੱਗਦੀ ਆ ਕਿ ਇੱਥੇ ਮੀਡੀਆ ਪਹੁੰਚਿਆ ਹੋਇਆ, ਉਸ ਤੋਂ ਬਾਅਦ ਉਹ ਵਿਅਕਤੀ ਆਪਣਾ ਇੱਥੋਂ ਚਲੇ ਜਾਂਦੇ ਆ ਤੇ ਖਾਲੀ ਛੱਡਿਆ ਹੋਇਆ ਰਜਿਸਟਰ ਜਿਹੜਾ ਹੈਗਾ ਉਸ ਦੇ ਉੱਪਰ ਸਾਡੇ ਜਾਣ ਤੋਂ ਬਾਅਦ ਜਿਹੜੀ ਕੀ ਆ ਉਹ ਐਬਸੈਂਟ ਲਾ ਦਿੱਤੀ ਜਾਏਗੀ। ਅਗਰ ਇੱਥੇ ਕੋਈ ਨਹੀਂ ਪਹੁੰਚਦਾ ਤਾਂ ਉੱਥੇ ਨਾਰਮਲ ਜੀ ਗੱਲ ਆ ਕਿ ਉੱਥੇ ਪ੍ਰੈਜ਼ੈਂਟ ਲਾ ਦਿੱਤੀ ਜਾਂਦੀ ਆ। ਵੱਡੇ ਸਵਾਲਾਂ ਦੇ ਘੇਰੇ ਦੇ ਵਿੱਚ ਆ ਭਗਵੰਤ ਮਾਨ ਵੱਲੋਂ ਹਾਲਾਂਕਿ ਇਹ ਗੱਲ ਕਹਿ ਦਿੱਤੀ ਗਈ ਆ ਕਿ ਕਿਤੇ ਵੀ ਕੋਈ ਵੀ ਕਮੀ ਨਹੀਂ ਛੱਡੀ ਜਾਏਗੀ, ਪਰ ਸਵਾਲਾਂ ਦੇ ਘੇਰੇ ਦੇ ਵਿੱਚ ਮਮਦੋਟ ਦਾ ਇਹ ਦਫ਼ਤਰ ਸਵਾਲਾਂ ਦੇ ਘੇਰੇ ਦੇ ਵਿੱਚ ਖੜਾ ਹੁੰਦਾ ਦਿਖਾਈ ਦੇ ਰਿਹਾ। ਦੇਖਦੇ ਹਾਂ ਇਸ ਦੇ ਉੱਪਰ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਜਾਂ ਫਿਰ ਪਰਨਾਲਾ ਉੱਥੇ ਦਾ ਉੱਥੇ ਹੀ ਖੜਾ ਰਹੇਗਾ। ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ।